यादव साहब, जिस तरह इंटैलीजेंस हैडकुआटर ਤੇ ਹਮਲਾ ਹੁੰਦਾ, ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਇਹ ਇੰਟੈਲੀਜੈਂਸ ਫੇਲਰ ਨਹੀਂ ਮੰਨੋਗੇ ਤੁਸੀਂ? ਸਾਡਾ ਰਿਐਕਸ਼ਨ ਬਿਲਕੁਲ ਚੁਸਤ ਸੀਗਾ ਜੀ। ਅਸੀਂ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਇਨਵੋਲਵ, ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਗ੍ਰਿਫਤਾਰੀਆਂ ਕੀਤੀ ਤੇ ਉਹ ਇਨਵੈਸਟੀਗੇਸ਼ਨ ਬਿਲਕੁਲ ਸਹੀ ਟਰੈਕ ਤੇ ਹੈ ਜੀ। ਜਿਸ ਤਰ੍ਹਾਂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਹਥਿਆਰ ਰਸ਼ੀਅਨ ਵੈਪਨ ਵਰਤੇ ਗਏ, ਇਹ ਪੰਜਾਬ ਦੇ ਵਿੱਚ ਆ ਕਿਸ ਤਰ੍ਹਾਂ ਰਹੀ ਹੈ? ਇਹ ਜਿਹੜਾ ਟ੍ਰੈਂਡ ਦੇਖੇ ਗਏ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਮਗਲਿੰਗ ਹੁੰਦੀ ਹੈ। ਸਾਡਾ ਦਿੱਲੀ ਪੁਲਿਸ ਨਾਲ ਅੱਛਾ ਤਾਲਮੇਲ ਹੈ, ਦੂਜੀ ਪੁਲਿਸ ਫੋਰਸਿਸ ਨਾਲ, ਸੈਂਟਰਲ ਏਜੰਸੀਜ਼ ਨਾਲ, ਤੇ ਸਾਰਿਆਂ ਦੇ ਤਾਲਮੇਲ ਨਾਲ, ਇਨਫੋਰਮੇਸ਼ਨ ਸ਼ੇਅਰਿੰਗ ਨਾਲ ਅਸੀਂ ਇਸ ਤੇ ਨੱਥ ਪਾਵਾਂਗੇ ਜੀ। ਇੱਕ ਕੀ ਸਖਤ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਤੱਕ ਇੱਕ ਡਰ ਵਾਲਾ ਇੱਕ ਮਾਹੌਲ ਬਣੇ, ਉਹਨਾਂ ਤੱਕ, ਆਮ ਲੋਕਾਂ ਤੱਕ ਨਹੀਂ, ਉਹਨਾਂ ਲੋਕਾਂ ਤੱਕ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ? ਗੈਰ ਸਮਾਜਿਕ ਤੱਤਾਂ ਨੂੰ ਤਾਂ ਮੈਂ ਇਹੀ ਕਹਿਣਾ ਕਿ ਤੁਸੀਂ ਪੰਜਾਬ ਛੱਡ ਦਿਓ ਜੀ ਹੁਣ, ਤੇ ਪੰਜਾਬ ਕਿਸੇ ਦੂਜੀ ਸਟੇਟ ਚਲ ਜਾਓ ਜੀ, ਇੱਥੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੀ ਟੀਵੀ। ਮੈਂ ਤੁਹਾਡਾ ਹੋਸਟ ਤੇ ਦੋਸਤ ਵਿਕਰਮਜੀਤ ਮਾਨ। ਅੱਜ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਪੰਜਾਬ ਦੇ ਨਵੇਂ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ। ਯਾਦਵ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ ਟੀਵੀ ਤੇ। ਯਾਦਵ ਸਾਹਿਬ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਾਫੀ ਕ੍ਰਿਟੀਕਲ ਬਣੀ ਹੋਈ ਹੈ, ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ, ਲੋਕਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ। ਸਭ ਤੋਂ ਜਿਹੜਾ ਪਹਿਲਾ ਕੰਮ ਤੁਸੀਂ ਬੀਇੰਗ ਅ ਡੀਜੀਪੀ ਤੁਸੀਂ ਕੀ ਮੰਨਦੇ ਹੋ ਕਿ ਐਸਾ ਕਰੋਗੇ ਕਿ ਲੋਕਾਂ ਦੇ ਮਨ 'ਚੋਂ ਜਿਹੜਾ ਇੱਕ ਡਰ ਹੈ ਉਹਨਾਂ ਨੂੰ ਸੇਫਟੀ ਮਹਿਸੂਸ ਹੋਵੇ ਕਿ ਅਸੀਂ ਸੁਰੱਖਿਅਤ ਹੱਥਾਂ ਦੇ ਵਿੱਚ? ਦੇਖੋ ਜੀ, ਮੈਂ ਤੇ ਸ਼ੁਰੂ ਕਰਤਾ ਜੀ, ਮੈਂ ਚਾਰਜ ਲਿਆ ਸੀਗਾ ਤੇ ਸਭ ਤੋਂ ਪਹਿਲੇ ਮੈਂ ਜਾ ਕੇ ਆਪ ਜਿਹੜਾ ਮੂਸੇਵਾਲੇ ਕਤਲ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਨਾਲ ਪੁੱਛਗਿੱਛ ਕੀਤੀ ਜੀ, ਤੇ ਇਨਵੈਸਟੀਗੇਸ਼ਨ ਨੂੰ ਉਹਨਾਂ ਨਾਲ ਗੱਲਬਾਤ ਕੀਤੀ, ਅੱਗੇ ਵਧਾ ਰਹੇ ਹੈਗੇ। ਇੱਕ ਹੋਰ ਬਦਮਾਸ਼ ਹੈਗਾ ਜਿਹੜਾ ਜੱਗੂ ਭਗਵਾਨਪੁਰੀਆ, ਉਹਨੂੰ ਵੀ ਰਿਮਾਂਡ ਤੇ ਲਿਆਂਦਾ ਹੈ ਦਿੱਲੀ ਤੋਂ ਜੀ। ਜਿਹੜੇ ਸ਼ੂਟਰਸ ਦਿੱਲੀ ਪੁਲਿਸ ਖੜੇ ਸੀ ਉਹਨਾਂ ਨੂੰ ਲਿਆਂਦਾ ਹੈ ਜੀ ਰਿਮਾਂਡ ਤੇ ਅਸੀਂ ਇਹ ਡਰ ਦਾ ਮਾਹੌਲ ਖਤਮ ਕਰ ਦੇਣਾ ਜੀ ਪੰਜਾਬ ਦੇ ਵਿੱਚ। ਅਸੀਂ ਗੈਂਗਸਟਰਵਾਦ ਨੂੰ ਬਿਲਕੁਲ ਨਹੀਂ ਪਨਪਣ ਦੇਣਾ ਜੀ। ਤੇ ਨਾਲ ਹੀ ਮੈਂ ਪੁਲਿਸ ਸਟੇਸ਼ਨਸ ਵੀ ਚੈੱਕ ਕੀਤੇ ਸੀ, ਵਿਜ਼ਿਟ ਕੀਤੇ ਸੀ ਕਿ ਬੇਸਿਕ ਪੁਲਿਸਿੰਗ ਤੇ ਸਾਡਾ ਫੋਕਸ ਹੈਗਾ। ਜਿਹੜਾ ਪੁਲਿਸ ਦਾ ਕੰਮ ਹੈ ਅਸੀਂ ਉਸ ਕੰਮ ਨੂੰ ਠੋਸ ਤਰੀਕੇ ਨਾਲ ਕਰਾਂਗੇ ਤੇ ਅਮਨ ਤੇ ਕਾਨੂੰਨ ਤੇ ਪੂਰਾ ਧਿਆਨ ਦਿੱਤਾ ਜਾਊਗਾ ਜੀ, ਤੇ ਤੁਸੀਂ ਵਿਜ਼ੀਬਲ ਚੇਂਜ ਮਹਿਸੂਸ ਕਰੋਗੇ। ਇਸ ਨੂੰ ਲੈ ਕੇ ਤੁਹਾਡੀ ਕੋਈ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੈ ਐਸਐਸਪੀ ਲੈਵਲ ਤੇ ਜਾਂ ਕਮਿਸ਼ਨਰ ਲੈਵਲ ਤੇ ਕੋਈ ਮੈਸੇਜ ਦਿੱਤੇ ਗਏ ਨੇ ਕਿ ਕਿਸ ਤਰ੍ਹਾਂ ਹੁਣ ਰਣਨੀਤੀ ਬਣਾਉਣੀ ਹੈ, ਚਾਹੇ ਗੈਂਗਸਟਰ ਹੈ ਚਾਹੇ ਹੋਰ ਕੋਈ ਕ੍ਰਾਈਮ ਹੈ, ਉਹਨਾਂ ਟੈਕਲ ਕਰਨ ਲਈ? ਸੀਐਮ ਸਾਹਿਬ ਦੀ ਹਦਾਇਤਾਂ ਹੈਗੀਆਂ ਕਿ ਦੋਵੇਂ ਚੀਜ਼ਾਂ ਜੀ, ਡਰੱਗਸ ਤੇ ਗੈਂਗਸਟਰਸ ਨੂੰ ਟੌਪ ਪ੍ਰਾਇਰਟੀ ਦਿੱਤੀ ਜਾਵੇ। ਤੇ ਸੀਐਮ ਸਾਹਿਬ ਨੇ ਆਪ ਛੋਟੇ ਛੋਟੇ ਗਰੁੱਪਸ ਦੇ ਵਿੱਚ ਐਸਐਸਪੀਜ਼ ਨਾਲ ਮੀਟਿੰਗਾਂ ਕੀਤੀਆਂ ਜੀ, ਤਕਰੀਬਨ ਮੀਟਿੰਗਾਂ ਕੰਪਲੀਟ ਹੋ ਗਈਆਂ ਜੀ, ਤੇ ਉਸ ਦੇ ਵਿੱਚ ਬੜੇ ਵਿਸਤਾਰਪੂਰਵਕ ਐਸਐਸਪੀਜ਼ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਵੇਂ ਡਰੱਗਸ ਤੇ ਗੈਂਗਸਟਰਸ ਤੇ ਕੰਟਰੋਲ ਕਰਨਾ ਹੈ ਜੀ। ਸੋ ਜਿਹੜੇ ਬੰਦੇ ਕੰਜ਼ਿਊਮਰ ਹੈਗੇ, ਡਰੱਗਸ ਛੋਟੀ ਮਾਤਰਾ ਦੇ ਵਿੱਚ ਲੈਂਦੇ ਹੈ, ਉਹਨਾਂ ਨੂੰ ਅਸੀਂ ਟਾਰਗੇਟ ਨਹੀਂ ਕਰਾਂਗੇ। ਉਹਨਾਂ ਲਈ ਉਹਨਾਂ ਨੂੰ ਐਜ਼ ਅ ਵਿਕਟਿਮ ਟਰੀਟ ਕਰਕੇ ਉਹਨਾਂ ਦਾ ਇਲਾਜ ਜਾਂ ਉਹਨਾਂ ਨੂੰ ਬੈਕ ਇਨਟੂ ਮੇਨ ਸਟ੍ਰੀਮ ਕਰਾਇਆ ਜਾਊਗਾ। ਤੇ ਜਿਹੜੇ ਪੈਡਲਰਸ ਹੈਗੇ, ਸਪਲਾਇਰਸ ਹੈਗੇ, ਵੱਡੇ ਸਪਲਾਇਰਸ ਜਿਹੜੇ ਕਹਿ ਲਓ ਫਾਰਵਰਡ ਚੇਨ ਤੇ ਬੈਕਵਰਡ ਚੇਨ ਜਿਹੜੀ ਹੁੰਦੀ ਹੈ, ਇਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਊਗਾ, ਰਿਕਵਰੀ ਕੀਤੀ ਜਾਊਗੀ। ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਤੇ ਜ਼ਿਆਦਾ ਫੋਕਸ ਹੋਊਗਾ। ਸੋ ਡਰੱਗਸ ਪੰਜਾਬ ਸਰਕਾਰ ਦੀ, ਸੀਐਮ ਸਾਹਿਬ ਦੀ ਟੌਪ ਪ੍ਰਾਇਰਟੀ ਹੈ। ਨਾਲ ਹੀ ਨਾਲ ਗੈਂਗਸਟਰਸ ਨੂੰ ਖਤਮ ਕਰਨਾ, ਇੱਕ ਆਰਗੇਨਾਈਜ਼ ਤਰੀਕੇ ਨਾਲ ਜੇਲਾਂ ਨਾਲ ਰਾਬਤਾ ਬਣਾ ਕੇ ਕਿਹੜੇ ਗੈਂਗਸਟਰ ਰਿਲੀਜ਼ ਹੋ ਰਹੇ ਹਨ ਉਹਨਾਂ ਦੀ ਲਿਸਟਾਂ ਅਪਡੇਟ ਕਰਾਂਗੇ, ਇਹਨਾਂ ਨੂੰ ਚੈੱਕ ਕਰਾਂਗੇ, ਇੰਟਰੋਗੇਸ਼ਨਸ ਕਰਕੇ। ਜਿਵੇਂ ਕ੍ਰਾਸ ਕੇਸਿਸ ਦੇ ਵਿੱਚ ਲਿੰਕ ਹੁੰਦੇ ਜੀ, ਇੱਕ ਗੈਂਗਸਟਰ ਹੈ, ਉਹਨੇ 8 ਕ੍ਰਾਈਮ ਕੀਤੇ ਹੈ, ਤੇ ਉਹ ਸਾਰੀ ਮਿਸਲਾਂ 'ਚ ਉਹਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ, ਉਹਦੀ ਅਰੈਸਟ ਪੈਣੀ ਚਾਹੀਦੀ। ਐਵੀਡੈਂਸ ਜਿਹੜਾ ਹੈਗਾ ਹਾਈ ਕੁਆਲਿਟੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਕਰਾਈ ਜਾਵੇ। ਟਰੈਕਿੰਗ ਕਰਾਂਗੇ। ਇਸੇ ਲਈ ਸੀਐਮ ਸਾਹਿਬ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ, ਜਿਹੜੀ ਕੋਆਰਡੀਨੇਸ਼ਨ ਦਾ ਕੰਮ ਕਰੂਗੀ। ਨਾਲੇ ਜਿਹੜਾ ਹੈਗਾ ਜਿਹੜੇ ਵੱਡੇ ਆਪਰੇਸ਼ਨ ਉਹ ਆਪ ਕਰੂਗੀ, ਤੇ ਏਜੀਟੀਐਫ ਤੇ ਸਾਡੇ ਜਿਹੜੇ ਡਿਸਟ੍ਰਿਕਟ ਦੇ ਐਸਐਸਪੀ ਤੇ ਸੀਪੀਸ ਹੈਗੇ, ਇਹ ਮਿਲ ਕੇ ਇਕੱਠਾ ਇੱਕ ਵਜੋਂ ਟੀਮ ਵਜੋਂ ਕੰਮ ਕਰਨਗੇ ਜੀ। ਤੇ ਕਾਫੀ ਕੰਮ ਇਸ ਤੇ ਹੋਇਆ ਹੈ ਤੇ ਅਸੀਂ ਇਹਨੂੰ ਸਿਰੇ ਚੜਾਵਾਂਗੇ। ਯਾਦ ਸਾਹਿਬ, ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੁੰਦਾ, ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ 2-3 ਮਹੀਨਿਆਂ ਦੇ ਵਿੱਚ ਹੀ ਕਾਫੀ ਵੱਡੀਆਂ ਘਟਨਾਵਾਂ ਸਾਹਮਣੇ ਆਉਂਦੀਆਂ, ਗੈਂਗਸਟਰ ਸਰਗਰਮ ਹੋ ਜਾਂਦੇ ਆ। ਇੰਟੈਲੀਜੈਂਸ ਹੈਡਕੁਆਟਰ ਦੇ ਉੱਤੇ ਆਰਪੀਜੀ ਦਾ ਹਮਲਾ ਹੁੰਦਾ, ਜਿਹੜਾ ਕਿ ਤੁਹਾਨੂੰ ਵੀ ਜਾਣਕਾਰੀ ਹੋਵੇਗੀ ਕਿ ਇਹ ਉਦੋਂ ਵਰਤਿਆ ਜਾਂਦਾ ਜਦੋਂ ਅਫਗਾਨਿਸਤਾਨ ਦੇ ਯੁੱਧ 'ਚ ਜਦੋਂ ਜਾਂ ਕੋਈ ਟੈਂਕ ਜਿਹੜੇ ਫਾੜਨੇ ਹੋਣ ਉਦੋਂ। ਤੇ ਐਵੇਂ ਦੀ ਜਿਹੜੀ ਸਮੱਗਰੀ ਹੈ, ਜਿਸ ਤਰ੍ਹਾਂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਹਥਿਆਰ ਰਸ਼ੀਅਨ ਵੈਪਨ ਵਰਤੇ ਗਏ, ਇਹ ਪੰਜਾਬ ਦੇ ਵਿੱਚ ਆ ਕਿਸ ਤਰ੍ਹਾਂ ਰਹੀ ਹੈ? ਦੇਖੋ ਜੀ, ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ
ਇਹ ਵੱਡੇ ਕ੍ਰਾਈਮਸ ਨੂੰ ਟੈਕਲ ਕਰਨ ਲਈ ਸਾਡਾ ਦੂਜੀ ਸਟੇਟਾਂ ਨਾਲ ਕੋਆਰਡੀਨੇਸ਼ਨ ਹੈਗਾ, ਇੰਟਰ ਸਟੇਟ ਬਾਰਡਰ ਤੇ ਸਾਡਾ BSF ਨਾਲ ਕੋਆਰਡੀਨੇਸ਼ਨ ਹੈਗਾ ਤੇ ਇਹ ਜਿਹੜਾ ਟ੍ਰੈਂਡ ਦੇਖੇ ਗਏ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਮਗਲਿੰਗ ਹੁੰਦੀ ਹੈ। ਇਨਫੈਕਟ ਕੰਟਰੀ ਮੇਡ ਵੈਪਨਸ ਵੀ ਜਿਹੜੇ ਹੈਗੇ ਉਹ ਇਨ ਸਰਕੂਲੇਸ਼ਨ ਹੈਗੇ ਤੇ ਸਾਡਾ ਦਿੱਲੀ ਪੁਲਿਸ ਨਾਲ ਅੱਛਾ ਤਾਲਮੇਲ ਹੈ, ਦੂਜੀ ਪੁਲਿਸ ਫੋਰਸਸ ਨਾਲ, ਸੈਂਟਰਲ ਏਜੰਸੀਜ਼ ਨਾਲ ਤੇ ਸਾਰਿਆਂ ਦੇ ਤਾਲਮੇਲ ਨਾਲ, ਇਨਫੋਰਮੇਸ਼ਨ ਸ਼ੇਅਰਿੰਗ ਨਾਲ ਅਸੀਂ ਇਸ ਤੇ ਨੱਥ ਪਾਵਾਂਗੇ ਜੀ। ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲਾ ਹੁੰਦਾ, ਇੰਟੈਲੀਜੈਂਸ ਦਾ ਕੰਮ ਹੁੰਦਾ ਕਿ ਸਰਕਾਰ ਨੂੰ ਜਾਂ ਲੋਕਾਂ ਬਾਰੇ ਦੱਸਣਾ ਕਿਸ ਚੀਜ਼ ਦਾ ਖਤਰਾ, ਕਿਸ ਨੂੰ ਖਤਰਾ, ਪਰ ਉਸ ਤੇ ਅਟੈਕ ਹੋ ਜਾਂਦਾ, ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਇਹ ਇੰਟੈਲੀਜੈਂਸ ਫੇਲਰ ਨਹੀਂ ਮੰਨੋਗੇ ਤੁਸੀਂ? ਦੇਖੋ ਜੀ, ਮੈਂ ਇਹਨੂੰ ਇਸ ਤਰੀਕੇ ਨਾਲ ਵੇਖਦਾ ਕਿ ਇਹ ਜਦ ਕੋਈ ਬਹੁਤ ਸਾਰੀ ਗੱਲਾਂ ਜਿਹੜੀਆਂ ਕੌਨਫੀਡੈਂਸ਼ੀਅਲ ਨੇਚਰ ਦੀ ਮੈਂ ਓਪਨਲੀ ਨਹੀਂ ਕਰ ਸਕਦਾ, ਪਰ ਸਾਡਾ ਰਿਐਕਸ਼ਨ ਬਿਲਕੁਲ ਚੁਸਤ ਸੀਗਾ ਜੀ। ਅਸੀਂ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਇਨਵੋਲਵ ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਗ੍ਰਿਫਤਾਰੀਆਂ ਕੀਤੀ ਤੇ ਉਹ ਇਨਵੈਸਟੀਗੇਸ਼ਨ ਬਿਲਕੁਲ ਸਹੀ ਟਰੈਕ ਤੇ ਹੈ ਜੀ। ਤੇ ਅਸੀਂ ਛੇਤੀ ਤੋਂ ਉਹ ਕੇਸ ਸਾਡਾ ਸੋਲਵ ਹੋ ਗਿਆ ਹੈ ਤੇ ਪਰਪੈਟਰੇਟਰਸ ਆਈਡੈਂਟੀਫਾਈਡ ਹੋ ਗਏ ਹੈ, ਅਰੈਸਟ ਵੀ ਹੋਈਆਂ। ਸੋ ਵੀ ਆਰ ਵਰਕਿੰਗ ਆਊਟ ਦੈਟ ਕੇਸ। ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਕੰਮ ਕਰ ਰਹੀ ਹੈ, ਬਾਕੀ ਸਟੇਟਸ ਦੀਆਂ ਪੁਲਿਸ ਵੀ ਕੰਮ ਕਰ ਰਹੀਆਂ, ਪਰ ਲੋਕਾਂ ਦੀਆਂ ਨਜ਼ਰਾਂ ਜ਼ਿਆਦਾ ਪੰਜਾਬ ਪੁਲਿਸ ਤੇ ਹੈ। ਉਹਨਾਂ ਦੇ ਫਾਦਰ ਨੇ ਵੀ ਕੱਲ੍ਹ ਪਰਸੋਂ ਇੱਕ ਬਿਆਨ ਦਿੱਤਾ ਸੀਗਾ ਕਿ ਉਹਨਾਂ ਨੂੰ ਕਾਫੀ ਪਹਿਲਾਂ ਤੋਂ ਥ੍ਰੈਟ ਕਾਲਸ ਆ ਰਹੀਆਂ ਸੀ, ਉਹਨਾਂ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਤੇ ਇੱਕ ਪੈਰਲਰ ਸਰਕਾਰ ਚਲਾ ਰਹੇ ਨੇ ਗੈਂਗਸਟਰ ਪੰਜਾਬ ਦੇ ਵਿੱਚ। ਦੇਖੋ ਜੀ, ਆਹੀ CM ਸਾਹਿਬ ਨੇ ਪੰਜਾਬ ਪੁਲਿਸ ਨੂੰ ਟਾਸਕ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਸ ਨੂੰ ਬਿਲਕੁਲ ਖਤਮ ਕੀਤਾ ਜਾਵੇ, ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਹੋਵੇ, ਆਮ ਲੋਕ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਣ। ਤਾਂ ਇਸ ਲਈ ਅਸੀਂ ਪੂਰੇ ਉਪਰਾਲੇ ਕਰਾਂਗੇ ਤੇ ਮੈਂ ਅਸ਼ੋਰ ਕਰਦਾ ਤੁਹਾਡੇ ਵਿਊਅਰਸ ਨੂੰ, ਸਾਰੇ ਪੰਜਾਬੀਆਂ ਨੂੰ ਕਿ ਤੁਸੀਂ ਵੇਖੋਗੇ ਕਿ ਪੰਜਾਬ ਪੁਲਿਸ ਕਿਵੇਂ ਇਸ ਤੇ ਨੱਥ ਪਾਉਂਦੀ ਹੈ ਜੀ। ਪੰਜਾਬ ਦੇ ਵਿੱਚ ਯਾਦਵ ਸਾਹਿਬ ਪਿਛਲੇ ਸਮੇਂ ਦੌਰਾਨ ਨਸ਼ਿਆਂ ਦਾ ਜਿਹੜਾ ਕਹਿੰਦੇ ਆ ਕਿ ਇੱਕ ਦਰਿਆ ਹੀ ਵਗ ਗਿਆ, ਬੱਚਿਆਂ ਵੱਲੋਂ ਓਵਰਡੋਜ਼ ਲੈ ਕੇ ਉਹਨਾਂ ਦੀ ਡੈਥ ਹੋ ਜਾਣੀ ਆਮ ਖਬਰਾਂ ਹੋ ਗਈਆਂ ਹੈ। ਕਿਸ ਤਰ੍ਹਾਂ ਯੂਥ ਨੂੰ ਇਹਦੇ ਵਿੱਚੋਂ ਕੱਢੇਗੀ, ਕਿਉਂਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਰੋਲ ਹੁੰਦਾ, ਨਸ਼ੇ ਨਹੀਂ ਆਉਣਗੇ ਪੰਜਾਬ ਦੇ ਵਿੱਚ ਤਾਂ ਯੂਥ ਸੇਫ ਰਹੇਗਾ। ਪੇਰੈਂਟਸ ਦਾ ਇਹ ਮੰਨਣਾ ਕਿ ਹੁਣ ਬੱਚਿਆਂ ਨੂੰ ਬਾਹਰ ਭੇਜ ਦਿਓ ਕਿ ਇੱਥੇ ਨਸ਼ਿਆਂ 'ਚ ਨਾ ਫਸ ਜਾਣ, ਕਿਸੇ ਹੋਰ ਐਵੇਂ ਦੀ ਸੰਗਤ 'ਚ ਨਾ ਪੈ ਜਾਣ। ਕਿਸ ਤਰ੍ਹਾਂ ਪੰਜਾਬ ਪੁਲਿਸ ਟੈਕਲ? ਦੇਖੋ ਜੀ, ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਹੈ ਡਰੱਗਸ ਨੂੰ ਟੈਕਲ ਕਰਨ ਲਈ, ਜਿਹਨੂੰ ਆਪਾਂ ਕਹਿੰਦੇ ਆ ਕਿ ਡਿਮਾਂਡ ਤੇ ਸਪਲਾਈ ਦੋਵਾਂ ਤੇ ਵਰਕ ਕਰਨਾ ਹੈ। ਜਿਹੜੇ ਕੰਜ਼ਿਊਮਰਸ ਹੈ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਤੇ ਇਹਦੇ 'ਚ ਹੈਲਥ ਡਿਪਾਰਟਮੈਂਟ, ਪੁਲਿਸ, STF ਦਾ ਬਹੁਤ ਵੱਡਾ ਰੋਲ ਹੈ ਕੋਆਰਡੀਨੇਸ਼ਨ ਦੇ ਵਿੱਚ ਤੇ ਉਹ ਸਰਕਾਰ ਦੇ ਸਾਰੇ ਮਹਿਕਮੇ ਮਿਲ ਕੇ, ਕਿਉਂਕਿ ਇਹ CM ਸਾਹਿਬ ਦੀ ਟੌਪ ਪ੍ਰਾਇਰਟੀ ਹੈ ਜੀ ਡਰੱਗਸ ਤੇ ਕੰਟਰੋਲ ਕਰਨਾ। ਸੋ ਇਹ ਸਾਰੇ ਮਹਿਕਮੇ ਜਿਹੜੇ ਹੈਗੇ, ਜਿਵੇਂ ਓਟ ਕਲੀਨਿਕਸ ਦੇ ਨੰਬਰਸ ਵਧਾਏ ਜਾ ਰਹੇ ਹੈਗੇ ਸੋ ਦੈਟ ਜਿਹੜੇ ਪੇਸ਼ੈਂਟਸ ਹੈਗੇ ਆਊਟ ਪੇਸ਼ੈਂਟਸ ਨੂੰ ਪ੍ਰੋਪਰਲੀ ਟ੍ਰੀਟ ਕੀਤਾ ਜਾ ਸਕੇ। ਸੋ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹੈਗੇ। ਸਾਡਾ ਫੋਕਸ ਐਜ਼ ਪੰਜਾਬ ਪੁਲਿਸ, ਸਾਡਾ ਫੋਕਸ ਐਨਫੋਰਸਮੈਂਟ ਤੇ ਜ਼ਿਆਦਾ ਹੈ ਕਿ ਡਰੱਗ ਦੀ ਸਪਲਾਈ ਨੂੰ ਰੋਕਿਆ ਜਾਵੇ ਤੇ ਜਿਹੜੀ ਫਾਰਵਰਡ ਲਿੰਕੇਜ ਹੈ ਉਹਨੂੰ ਸਮੈਸ਼ ਕੀਤਾ ਜਾਵੇ ਜੀ। ਤੇ ਅਸੀਂ ਐਨਫੋਰਸਮੈਂਟ ਤੇ ਸਾਡੇ ਸਾਰੇ SSP, ਸਾਰੇ ਕਮਿਸ਼ਨਰ ਇਹ ਜੀ ਜਾਨ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਡਰੱਗ ਫ੍ਰੀ ਪੰਜਾਬ ਦਾਂਗੇ ਜੀ। ਇਸ ਪੰਜਾਬ ਨੂੰ ਅਸੀਂ ਟੋਟਲੀ ਡਰੱਗਸ ਤੋਂ ਫ੍ਰੀ ਕਰਾਂਗੇ ਜੀ। ਆਜ਼ਾਦ ਸਾਹਿਬ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਦਾ ਵੱਡਾ ਫੋਕਸ ਕਰਪਸ਼ਨ ਦੇ ਉੱਤੇ ਰਿਹਾ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ, ਉਹਨਾਂ ਦਾ ਖੁਦ ਦਾ ਮੰਤਰੀ ਡਾਕਟਰ ਵਿਜੇ ਸਿੰਗਲਾ, ਉਹਨਾਂ ਨੂੰ ਵੀ ਕਰਪਸ਼ਨ ਦੇ ਚਾਰਜ 'ਚ ਉਹਨਾਂ ਨੇ ਬਰਖਾਸਤ ਕੀਤਾ। ਤੇ ਪਿਛਲੇ ਸਮੇਂ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ, ਸੀਨੀਅਰ ਆਫੀਸਰ ਪੁਲਿਸ ਦੇ ਵੀ ਮੰਨਦੇ ਰਹੇ ਆ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਕੁਝ, ਚਾਹੇ ਉਹ ਡਰੱਗਸ ਦੇ ਨਾਲ ਇਨਵੋਲਵਮੈਂਟ ਰਹੀ ਆ, ਚਾਹੇ ਮਨੀ ਮੈਟਰ ਰਿਹਾ, ਕਰਪਸ਼ਨ ਰਿਹਾ। ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਕਰੋਗੇ, ਕਿਸ ਤਰ੍ਹਾਂ ਦੇਖੋ ਕਰਪਸ਼ਨ ਨੂੰ ਕਿੱਦਾਂ ਖਤਮ ਕਰੋਗੇ ਪੁਲਿਸ ਡਿਪਾਰਟਮੈਂਟ ਦੇ ਵਿੱਚ? ਮੈਂ ਤੁਹਾਡੇ ਥਰੂ ਇੱਕ ਬੜਾ ਕਲੀਅਰ ਤੇ ਸਖਤ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਕਰਪਸ਼ਨ ਇਨ ਐਨੀ ਫਾਰਮ ਵਿਲ ਨਾਟ ਬੀ ਟੋਲਰੇਟਡ। ਅਸੀਂ ਸਖਤ ਤੋਂ ਸਖਤ ਐਕਸ਼ਨ ਲਾਂਗੇ ਜੇ ਕੋਈ ਸਾਡਾ ਪੁਲਿਸ ਅਫਸਰ ਕਰਪਸ਼ਨ ਵਿੱਚ ਇਨਵੋਲਵ ਪਾਇਆ ਗਿਆ ਜੀ। ਕ੍ਰਿਮੀਨਲ ਐਕਸ਼ਨ ਲਿਆ ਜਾਊਗਾ। ਜੇ ਕਿਸੇ ਨੂੰ ਰੈੱਡ ਹੈਂਡਡ ਫੜਿਆ ਜਾਂਦਾ ਹੈ, ਕਰਪਸ਼ਨ ਹੈਲਪਲਾਈਨ ਹੈਗੀ, ਉਸ ਤੇ ਜੇ ਕੰਪਲੇਂਟ ਆਉਂਦੀ ਹੈ ਫੌਰੀ ਤੌਰ ਤੇ ਐਕਸ਼ਨ ਹੋਊਗਾ ਜੀ। ਸੋ ਅਸੀਂ ਬਿਲਕੁਲ ਇਸ ਦੇ ਵਿੱਚ 1% ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਕਰਪਟ ਵਿਲ ਨਾਟ ਬੀ ਸਪੇਅਰਡ। ਪੰਜਾਬ ਪੁਲਿਸ ਤੋਂ ਲੋਕ ਇੱਕ ਖੌਫ ਹੈ ਪੰਜਾਬ ਪੁਲਿਸ ਦਾ, ਲੋਕਾਂ ਦੇ ਮਨਾਂ 'ਚ ਡਰ ਰਹਿੰਦਾ ਕਿ ਜੇ ਮੈਂ ਕੰਪਲੇਂਟ ਕਰਨ ਵੀ ਥਾਣੇ ਗਿਆ ਸ਼ਾਇਦ ਮੇਰੇ ਤੋਂ ਹੀ ਕੁਛ ਐਵੇਂ ਦਾ ਪੁੱਛਗਿੱਛ ਨਾ ਹੋ ਜਾਏ, ਕੋਈ ਮੇਰੇ ਖਿਲਾਫ ਕਾਰਵਾਈ ਨਾ ਹੋ ਜਾਏ। ਇੱਕ ਮਾਹੌਲ ਐਵੇਂ ਦਾ ਸਿਰਜਣਾ ਚਾਹੀਦਾ ਹੈ ਕਿ ਲੋਕ ਬੇਖੌਫ ਬੇਡਰ ਪੰਜਾਬ ਪੁਲਿਸ ਨੂੰ ਆਪਣਾ ਦੋਸਤ ਸਮਝ ਕੇ ਆਪਣਾ ਦੁੱਖ ਦੱਸਣ, ਆਪਣੀ ਤਕਲੀਫ ਦੱਸਣ। ਕਿਸ ਤਰ੍ਹਾਂ ਮੈਸੇਜ ਦਿਓਗੇ ਨੀਚੇ ਤੱਕ ਕਿ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ? ਮੈਂ ਸਮਝਦਾ ਕਿ ਆਈਡੀਅਲ ਪੁਲਿਸਿੰਗ ਹੁੰਦੀ ਹੈ ਕਿ ਜਿਹੜਾ ਮਾੜਾ ਅਨਸਰ ਹੈ, ਬਦਮਾਸ਼ ਹੈ, ਉਸ ਨੂੰ ਪੁਲਿਸ ਤੋਂ ਡਰਨਾ ਚਾਹੀਦਾ। ਜਿਹੜਾ ਸ਼ਰੀਫ ਸਿਟੀਜ਼ਨ ਹੈ, ਲਾਅ ਅਬਾਈਡਿੰਗ ਹੈ, ਉਹ ਪੁਲਿਸ ਨੂੰ ਆਪਣਾ ਫਰੈਂਡ ਸਮਝੇ।
ਸੋ ਇਸ ਜਿਵੇਂ ਅਸੀਂ ਕਮਿਊਨਿਟੀ ਪੁਲਿਸਿੰਗ ਸਕੀਮਸ ਸ਼ੁਰੂ ਕੀਤੀਆਂ ਹੈ, ਜਿਹੜੇ ਸਾਡੇ ਸਾਂਝ ਕੇਂਦਰ ਹੈਗੇ ਉਹ ਕਾਫੀ ਪੁਲਿਸ ਸਰਵਿਸਿਜ਼ ਲੋਕਾਂ ਨੂੰ ਦੇ ਰਹੇ ਹੈਗੇ। ਲੋਕਾਂ ਨਾਲ ਜਿਹੜਾ ਫਰਕ ਹੈਗਾ, ਜਿਵੇਂ ਯੂਥ ਕਲੱਬਸ ਬਣਾ ਕੇ, ਰੂਰਲ ਸਪੋਰਟਸ ਦੇ ਵਿੱਚ ਪੁਲਿਸ ਨੂੰ ਇਨਵੋਲਵ ਕਰਕੇ, ਪਬਲਿਕ ਮੀਟਿੰਗਸ ਕਰਕੇ, ਗ੍ਰੀਵੈਂਸ ਰਿਡਰਸਲ ਕੈਂਪਸ ਲਗਾ ਕੇ, ਇਸ ਤਰ੍ਹਾਂ ਦੇ ਬਹੁਤ ਸਾਰੇ ਪੀਪਲ ਫਰੈਂਡਲੀ ਇਨੀਸ਼ੀਏਟਿਵਸ ਨੂੰ ਅਸੀਂ ਅੰਜਾਮ ਦਾਂਗੇ, ਸੋ ਦੈਟ ਜਿਹੜਾ ਇੱਕ ਫਰਕ ਹੈਗਾ ਪੁਲਿਸ ਤੇ ਪਬਲਿਕ ਦਾ ਉਹ ਬਿਲਕੁਲ ਨਾ ਰਵੇ ਤੇ ਪਬਲਿਕ ਪੁਲਿਸ ਨੂੰ ਆਪਣਾ ਫਰੈਂਡ ਸਮਝੇ। ਪੰਜਾਬ ਦੇ ਵਿੱਚ ਗੈਰ ਸਮਾਜਿਕ ਅੰਸਰ ਜ਼ਿਆਦਾ ਸਰਗਰਮ ਹੋ ਗਏ ਨੇ। ਬੀਇੰਗ ਅ ਡੀਜੀਪੀ ਤੁਸੀਂ ਹੁਣੇ ਕਮਾਨ ਸੰਭਾਲੀ ਹੈ ਪੰਜਾਬ ਪੁਲਿਸ ਦੀ, ਇੱਕ ਕੀ ਸਖਤ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਤੱਕ ਇੱਕ ਡਰ ਵਾਲਾ ਇੱਕ ਮਾਹੌਲ ਬਣੇ, ਉਹਨਾਂ ਤੱਕ, ਆਮ ਲੋਕਾਂ ਤੱਕ ਨਹੀਂ, ਉਹਨਾਂ ਲੋਕਾਂ ਤੱਕ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ? ਗੈਰ ਸਮਾਜਿਕ ਤੱਤਾਂ ਨੂੰ ਤਾਂ ਮੈਂ ਇਹੀ ਕਹਿਣਾ ਕਿ ਤੁਸੀਂ ਪੰਜਾਬ ਛੱਡ ਦਿਓ ਜੀ ਹੁਣ, ਤੇ ਪੰਜਾਬ ਕਿਸੇ ਦੂਜੀ ਸਟੇਟ ਚਲ ਜਾਓ ਜੀ, ਇੱਥੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਯਾ ਸਾਹਿਬ, ਪਿਛਲੇ ਸਮੇਂ ਦੌਰਾਨ ਇਹ ਸਾਹਮਣੇ ਆਇਆ ਕਿ ਜਿਹੜੇ ਗੈਂਗਸਟਰ ਹੈ ਉਹ ਇੰਨੇ ਬੇਖੌਫ ਹੋ ਗਏ ਆ ਕਿ ਕਿਸੇ ਨੂੰ ਵੀ ਕਾਲ ਕਰਕੇ ਫਰੌਤੀ ਮੰਗਦੇ ਆ, ਡਾਕਟਰ ਹੋਵੇ, ਪੋਲੀਟੀਸ਼ੀਅਨ ਹੋਵੇ, ਕੋਈ ਆਮ ਬੰਦਾ ਹੋਵੇ। ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸੇ ਨੂੰ ਵੀ ਫੋਨ ਚਲਾ ਜਾਣਾ, ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਆ ਕਿ ਕਿਸੇ ਤੋਂ ਫਰੌਤੀ ਮੰਗ ਰਹੇ ਆ, ਤੇ ਕਈਆਂ ਨੇ ਦੇ ਵੀ ਦਿੱਤੇ ਪੈਸੇ ਡਰ ਦੇ ਵਿੱਚ ਆ ਕੇ, ਪੁਲਿਸ ਨੂੰ ਕੰਟੈਕਟ ਤੱਕ ਨਹੀਂ ਕਰਦੇ। ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ 99% ਐਕਸਟੋਰਸ਼ਨ ਕਾਲਸ ਫੇਕ ਹੈਗੀਆਂ ਜੀ। ਜਿੱਥੇ ਜਿੱਥੇ ਸਾਨੂੰ ਲੋਕਾਂ ਨੇ ਰਿਪੋਰਟ ਕੀਤਾ ਹੈ, ਅਸੀਂ ਇਨ ਕਾਲਾਂ ਨੂੰ ਟਰੈਕ ਕੀਤਾ ਹੈ ਤੇ ਸਿਰੇ ਤੱਕ ਪਹੁੰਚੇ, ਤੇ ਉਹ ਲੋਕਲ, ਥੋੜਾ ਕੋਈ ਲੋਕਲ ਬੰਦਾ ਹੁੰਦਾ ਹੈ ਜੀ। ਸੋ ਮੇਰੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ, ਤੁਸੀਂ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰੋ ਜੀ, ਅਸੀਂ ਉਹਨੂੰ ਟਰੈਕ ਕਰਾਂਗੇ। ਅੱਜ ਕੱਲ੍ਹ ਲੋਕੀ ਫੇਕ ਜਿਹੜੇ VOIP ਕਾਲਾਂ ਕਰਕੇ ਤੁਹਾਡੇ ਕੋਲ ਬੈਠੇ ਹੁੰਦੇ ਆ, ਲੱਗਦਾ ਪਾਕਿਸਤਾਨ ਤੋਂ ਕਾਲ ਆ ਗਈ ਜਾਂ ਗੋਲਡੀ ਬਰਾੜ, ਇਹ ਤੇ ਪਤਾ ਨਹੀਂ ਕਿੰਨੇ ਗੋਲਡੀ ਬਰਾੜ ਬਣ ਕੇ ਕਰੀ ਜਾਂਦੇ ਵਾ। ਤੁਸੀਂ ਡਰਨ ਦੀ ਲੋੜ ਨਹੀਂ ਹੈ, ਪੁਲਿਸ ਤੁਹਾਡੇ ਨਾਲ ਹੈ। ਅਸੀਂ ਹਰ ਕਾਲ ਨੂੰ ਟਰੈਕ ਕਰਾਂਗੇ, ਟਰੇਸ ਕਰਾਂਗੇ, ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਜੀ। ਤੇ ਅਸੀਂ ਵੈਰੀਫਿਕੇਸ਼ਨ ਕੀਤੀ ਹੈ, ਗੈਂਗਸਟਰਸ ਨਾਲ ਗੱਲਬਾਤ ਕੀਤੀ ਹੈ, ਇੰਟਰੋਗੇਟ ਕੀਤਾ ਹੈ। ਉਹ ਕਹਿੰਦੇ ਵੀ 1% ਵੀ ਕਾਲਾਂ ਗੈਂਗਸਟਰਸ ਵੱਲੋਂ ਨਹੀਂ ਹੈ ਜੀ, ਇਹ ਸਿਰਫ ਲੋਕਲ ਲੈਵਲ ਤੇ ਐਕਸਪਲੋਇਟ ਕੀਤਾ ਜਾ ਰਿਹਾ ਜੀ। ਬਿਲਕੁਲ ਇਸ ਤਰ੍ਹਾਂ ਦੀ ਕਾਲਾਂ ਨੂੰ ਪੁਲਿਸ ਨੂੰ ਰਿਪੋਰਟ ਕਰੋ ਜੀ, ਵੀ ਵਿਲ ਟੇਕ ਸਟ੍ਰਿਕਟ ਐਕਸ਼ਨ। ਠੀਕ ਹੈ ਜੱਜ ਸਾਹਿਬ, ਜੀ ਟੀਵੀ ਤੇ ਤੁਸੀਂ ਕਾਫੀ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ, ਕਰਪਸ਼ਨ ਤੇ, ਗੈਂਗਸਟਰ ਹੈ, ਡਰੱਗਸ ਤੇ। ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਸਾਡੇ ਨਾਲ ਸੀ DGP ਸ਼੍ਰੀ ਗੌਰਵ ਯਾਦਵ ਜੀ, ਜਿਨ੍ਹਾਂ ਕਿ ਲੋਕਾਂ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਕਿ ਪੰਜਾਬ ਹੁਣ ਸੁਰੱਖਿਅਤ ਹੱਥਾਂ ਵਿੱਚ ਹੈ, ਤੇ ਗੈਂਗਸਟਰ ਅਤੇ ਨਸ਼ਿਆਂ ਦਾ ਕੰਮ ਕਰਨ ਵਾਲੇ, ਉਹਨਾਂ ਨੂੰ ਵੀ ਇੱਕ ਸਖਤ ਮੈਸੇਜ ਦਿੱਤਾ ਕਿ ਪੰਜਾਬ ਛੱਡ ਜਾਓ। ਇਸ ਨੂੰ ਕਿਸ ਤਰ੍ਹਾਂ ਉਹ ਸਾਬਿਤ ਕਰਨਗੇ ਤੇ ਕਿਸ ਤਰ੍ਹਾਂ ਇਸ ਰਣਨੀਤੀ ਨੂੰ ਤਿਆਰ ਕਰਕੇ ਇਹਨੂੰ ਲਾਗੂ ਕਰਨਗੇ, ਆਉਣ ਵਾਲਾ ਸਮੇਂ ਦੱਸੇਗਾ। ਫਿਲਹਾਲ ਅਸੀਂ ਲੈਂਦੇ ਹਾਂ ਇਜਾਜ਼ਤ। ਮੈਂ ਵਿਕਰਮਜੀਤ ਮਾਨ, ਸੁਰਿੰਦਰ ਸਿੰਘ ਦੇ ਨਾਲ, ਅਜੀਤ TV ਚੰਡੀਗੜ੍ਹ। ਯਾਦਵ ਸਾਹਿਬ, ਜਿਸ ਤਰ੍ਹਾਂ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲਾ ਹੁੰਦਾ, ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਇਹ ਇੰਟੈਲੀਜੈਂਸ ਫੇਲਰ ਨਹੀਂ ਮੰਨੋਗੇ ਤੁਸੀਂ? ਸਾਡਾ ਰਿਐਕਸ਼ਨ ਬਿਲਕੁਲ ਚੁਸਤ ਸੀਗਾ ਜੀ। ਅਸੀਂ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਇਨਵੋਲਵਡ, ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਗ੍ਰਿਫਤਾਰੀਆਂ ਕੀਤੀ, ਤੇ ਉਹ ਇਨਵੈਸਟੀਗੇਸ਼ਨ ਬਿਲਕੁਲ ਸਹੀ ਟਰੈਕ ਤੇ ਹੈ ਜੀ। ਜਿਸ ਤਰ੍ਹਾਂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਹਥਿਆਰ, ਰਸ਼ੀਅਨ ਵੈਪਨ ਵਰਤੇ ਗਏ, ਇਹ ਪੰਜਾਬ ਦੇ ਵਿੱਚ ਆ ਕਿਸ ਤਰ੍ਹਾਂ ਰਹੀ ਹੈ? ਇਹ ਜਿਹੜਾ ਟ੍ਰੈਂਡ ਦੇਖੇ ਗਏ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਮਗਲਿੰਗ ਹੁੰਦੀ ਹੈ। ਸਾਡਾ ਦਿੱਲੀ ਪੁਲਿਸ ਨਾਲ ਅੱਛਾ ਤਾਲਮੇਲ ਹੈ, ਦੂਜੀ ਪੁਲਿਸ ਫੋਰਸਸ ਨਾਲ, ਸੈਂਟਰਲ ਏਜੰਸੀਜ਼ ਨਾਲ, ਤੇ ਸਾਰਿਆਂ ਦੇ ਤਾਲਮੇਲ ਨਾਲ, ਇਨਫੋਰਮੇਸ਼ਨ ਸ਼ੇਅਰਿੰਗ ਨਾਲ ਅਸੀਂ ਇਸ ਤੇ ਨੱਥ ਪਾਵਾਂਗੇ ਜੀ। ਇੱਕ ਕੀ ਸਖਤ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਤੱਕ ਇੱਕ ਡਰ ਵਾਲਾ ਇੱਕ ਮਾਹੌਲ ਬਣੇ, ਉਹਨਾਂ ਤੱਕ, ਆਮ ਲੋਕਾਂ ਤੱਕ ਨਹੀਂ, ਉਹਨਾਂ ਲੋਕਾਂ ਤੱਕ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ? ਗੈਰ ਸਮਾਜਿਕ ਤੱਤਾਂ ਨੂੰ ਤਾਂ ਮੈਂ ਇਹੀ ਕਹਿਣਾ ਕਿ ਤੁਸੀਂ ਪੰਜਾਬ ਛੱਡ ਦਿਓ ਜੀ ਹੁਣ, ਤੇ ਪੰਜਾਬ ਕਿਸੇ ਦੂਜੀ ਸਟੇਟ ਚਲ ਜਾਓ ਜੀ, ਇੱਥੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ TV। ਮੈਂ ਤੁਹਾਡਾ ਹੋਸਟ ਤੇ ਦੋਸਤ ਵਿਕਰਮਜੀਤ ਮਾਨ। ਅੱਜ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਪੰਜਾਬ ਦੇ ਨਵੇਂ DGP ਸ਼੍ਰੀ ਗੌਰਵ ਯਾਦਵ ਜੀ। ਯਾਦਵ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਅਜੀਤ TV ਤੇ। ਯਾਦਵ ਸਾਹਿਬ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਾਫੀ ਕ੍ਰਿਟੀਕਲ ਬਣੀ ਹੋਈ ਹੈ, ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ, ਲੋਕਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ। ਸਭ ਤੋਂ ਜਿਹੜਾ ਪਹਿਲਾ ਕੰਮ ਤੁਸੀਂ ਬੀਇੰਗ ਅ DGP ਤੁਸੀਂ ਕੀ ਮੰਨਦੇ ਹੋ ਕਿ ਐਸਾ ਕਰੋਗੇ ਕਿ ਲੋਕਾਂ ਦੇ ਮਨ 'ਚੋਂ ਜਿਹੜਾ ਇੱਕ ਡਰ ਹੈ, ਉਹਨਾਂ ਨੂੰ ਸੇਫਟੀ ਮਹਿਸੂਸ ਹੋਵੇ ਕਿ ਅਸੀਂ ਸੁਰੱਖਿਅਤ ਹੱਥਾਂ ਦੇ ਵਿੱਚ? ਦੇਖੋ ਜੀ, ਮੈਂ ਤੇ ਸ਼ੁਰੂ ਕਰਤਾ ਜੀ, ਮੈਂ ਚਾਰਜ ਲਿਆ ਸੀਗਾ, ਤੇ ਸਭ ਤੋਂ ਪਹਿਲੇ ਮੈਂ ਜਾ ਕੇ ਆਪ ਜਿਹੜਾ ਮੂਸੇਵਾਲੇ ਕਤਲ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਨਾਲ ਪੁੱਛਗਿੱਛ ਕੀਤੀ ਜੀ, ਤੇ ਇਨਵੈਸਟੀਗੇਸ਼ਨ ਨੂੰ ਉਹਨਾਂ ਨਾਲ ਗੱਲਬਾਤ ਕੀਤੀ, ਅੱਗੇ ਵਧਾ ਰਹੇ ਹੈਗੇ। ਇੱਕ ਹੋਰ ਬਦਮਾਸ਼ ਹੈਗਾ ਜਿਹੜਾ ਜੱਗੂ ਭਗਵਾਨਪੁਰੀਆ, ਉਹਨੂੰ ਵੀ ਰਿਮਾਂਡ ਤੇ ਲਿਆਂਦਾ ਹੈ ਦਿੱਲੀ ਤੋਂ ਜੀ। ਜਿਹੜੇ ਸ਼ੂਟਰਸ ਦਿੱਲੀ ਪੁਲਿਸ ਖੜੇ ਸੀ, ਉਹਨਾਂ ਨੂੰ ਲਿਆਂਦਾ ਹੈ ਜੀ ਰਿਮਾਂਡ ਤੇ ਅਸੀਂ
ਇਹ ਡਰ ਦਾ ਮਾਹੌਲ ਖਤਮ ਕਰ ਦੇਣਾ ਜੀ। ਪੰਜਾਬ ਦੇ ਵਿੱਚ ਅਸੀਂ ਗੈਂਗਸਟਰਵਾਦ ਨੂੰ ਬਿਲਕੁਲ ਨਹੀਂ ਪਨਪਣ ਦੇਣਾ ਜੀ। ਤੇ ਨਾਲ ਹੀ ਮੈਂ ਪੁਲਿਸ ਸਟੇਸ਼ਨਸ ਵੀ ਚੈੱਕ ਕੀਤੇ ਸੀ, ਵਿਜ਼ਿਟ ਕੀਤੇ ਸੀ ਕਿ ਬੇਸਿਕ ਪੁਲਿਸਿੰਗ ਤੇ ਸਾਡਾ ਫੋਕਸ ਹੈਗਾ। ਜਿਹੜਾ ਪੁਲਿਸ ਦਾ ਕੰਮ ਹੈ ਅਸੀਂ ਉਸ ਕੰਮ ਨੂੰ ਠੋਸ ਤਰੀਕੇ ਨਾਲ ਕਰਾਂਗੇ ਤੇ ਅਮਨ ਤੇ ਕਾਨੂੰਨ ਤੇ ਪੂਰਾ ਧਿਆਨ ਦਿੱਤਾ ਜਾਊਗਾ ਜੀ। ਤੇ ਤੁਸੀਂ ਵਿਜ਼ੀਬਲ ਚੇਂਜ ਮਹਿਸੂਸ ਕਰੋਗੇ। ਇਸ ਨੂੰ ਲੈ ਕੇ ਤੁਹਾਡੀ ਕੋਈ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੈ ਐਸਐਸਪੀ ਲੈਵਲ ਤੇ ਜਾਂ ਕਮਿਸ਼ਨਰ ਲੈਵਲ ਤੇ ਕੋਈ ਮੈਸੇਜ ਦਿੱਤੇ ਗਏ ਨੇ ਕਿ ਕਿਸ ਤਰ੍ਹਾਂ ਹੁਣ ਰਣਨੀਤੀ ਬਣਾਉਣੀ ਹੈ, ਚਾਹੇ ਗੈਂਗਸਟਰ ਹੈ ਚਾਹੇ ਹੋਰ ਕੋਈ ਕ੍ਰਾਈਮ ਹੈ, ਉਹਨਾਂ ਟੈਕਲ ਕਰਨ ਲਈ? ਸੀਐਮ ਸਾਹਿਬ ਦੀ ਹਦਾਇਤਾਂ ਹੈਗੀਆਂ ਕਿ ਦੋਵੇਂ ਚੀਜ਼ਾਂ ਜੀ, ਡਰੱਗਸ ਤੇ ਗੈਂਗਸਟਰਸ ਨੂੰ ਟੌਪ ਪ੍ਰਾਇੋਰਟੀ ਦਿੱਤੀ ਜਾਵੇ। ਤੇ ਸੀਐਮ ਸਾਹਿਬ ਨੇ ਆਪ ਛੋਟੇ ਗਰੁੱਪਸ ਦੇ ਵਿੱਚ ਐਸਐਸਪੀਜ਼ ਨਾਲ ਮੀਟਿੰਗਾਂ ਕੀਤੀਆਂ ਜੀ। ਤਕਰੀਬਨ ਮੀਟਿੰਗਾਂ ਕੰਪਲੀਟ ਹੋ ਗਈਆਂ ਜੀ ਤੇ ਉਸ ਦੇ ਵਿੱਚ ਬੜੇ ਵਿਸਤਾਰਪੂਰਵਕ ਐਸਐਸਪੀਜ਼ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਵੇਂ ਡਰੱਗਸ ਤੇ ਗੈਂਗਸਟਰਸ ਤੇ ਕੰਟਰੋਲ ਕਰਨਾ ਹੈ ਜੀ। ਸੋ ਜਿਹੜੇ ਬੰਦੇ ਕੰਜ਼ਿਊਮਰ ਹੈਗੇ, ਡਰੱਗਸ ਛੋਟੀ ਮਾਤਰਾ ਦੇ ਵਿੱਚ ਲੈਂਦੇ ਆ, ਉਹਨਾਂ ਨੂੰ ਅਸੀਂ ਟਾਰਗੇਟ ਨਹੀਂ ਕਰਾਂਗੇ। ਉਹਨਾਂ ਲਈ ਉਹਨਾਂ ਨੂੰ ਐਜ਼ ਅ ਵਿਕਟਿਮ ਟਰੀਟ ਕਰਕੇ ਉਹਨਾਂ ਦਾ ਇਲਾਜ ਜਾਂ ਉਹਨਾਂ ਨੂੰ ਬੈਕ ਇਨਟੂ ਮੇਨ ਸਟ੍ਰੀਮ ਕਰਾਇਆ ਜਾਊਗਾ। ਤੇ ਜਿਹੜੇ ਪੈਡਲਰਸ ਹੈਗੇ, ਸਪਲਾਇਰਸ ਹੈਗੇ, ਵੱਡੇ ਸਪਲਾਇਰਸ ਜਿਹੜੇ ਕਹਿ ਲਓ ਫਾਰਵਰਡ ਚੇਨ ਤੇ ਬੈਕਵਰਡ ਚੇਨ ਜਿਹੜੀ ਹੁੰਦੀ ਹੈ, ਇਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਊਗਾ, ਰਿਕਵਰੀ ਕੀਤੀ ਜਾਊਗੀ। ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਤੇ ਜ਼ਿਆਦਾ ਫੋਕਸ ਹੋਊਗਾ। ਸੋ ਡਰੱਗਸ ਪੰਜਾਬ ਸਰਕਾਰ ਦੀ, ਸੀਐਮ ਸਾਹਿਬ ਦੀ ਟੌਪ ਪ੍ਰਾਇੋਰਟੀ ਹੈ। ਨਾਲ ਹੀ ਨਾਲ ਗੈਂਗਸਟਰਸ ਨੂੰ ਖਤਮ ਕਰਨਾ, ਇੱਕ ਆਰਗੇਨਾਈਜ਼ ਤਰੀਕੇ ਨਾਲ ਜੇਲ੍ਹਾਂ ਨਾਲ ਰਾਬਤਾ ਬਣਾ ਕੇ ਕਿਹੜੇ ਗੈਂਗਸਟਰ ਰਿਲੀਜ਼ ਹੋ ਰਹੇ ਹਨ ਉਹਨਾਂ ਦੀ ਲਿਸਟਾਂ ਅਪਡੇਟ ਕਰਾਂਗੇ, ਇਹਨਾਂ ਨੂੰ ਚੈੱਕ ਕਰਾਂਗੇ, ਇੰਟਰੋਗੇਸ਼ਨਸ ਕਰਕੇ। ਜਿਵੇਂ ਕ੍ਰਾਸ ਕੇਸਿਸ ਦੇ ਵਿੱਚ ਲਿੰਕ ਹੁੰਦੇ ਜੀ, ਇੱਕ ਗੈਂਗਸਟਰ ਹੈ, ਉਹਨੇ 8 ਕ੍ਰਾਈਮ ਕੀਤੇ ਹੈ ਤੇ ਉਹ ਸਾਰੀ ਮਿਸਲਾਂ 'ਚ ਉਹਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ, ਉਹਦੀ ਅਰੈਸਟ ਪੈਣੀ ਚਾਹੀਦੀ। ਐਵੀਡੈਂਸ ਜਿਹੜਾ ਹੈਗਾ ਹਾਈ ਕੁਆਲਿਟੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਕਰਾਈ ਜਾਵੇ। ਟਰੈਕਿੰਗ ਕਰਾਂਗੇ। ਇਸੇ ਲਈ ਸੀਐਮ ਸਾਹਿਬ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ ਜਿਹੜੀ ਕੋਆਰਡੀਨੇਸ਼ਨ ਦਾ ਕੰਮ ਕਰੂਗੀ। ਨਾਲੇ ਜਿਹੜਾ ਹੈਗਾ ਜਿਹੜੇ ਵੱਡੇ ਆਪਰੇਸ਼ਨ ਉਹ ਆਪ ਕਰੂਗੀ ਤੇ ਏਜੀਟੀਐਫ ਤੇ ਸਾਡੇ ਜਿਹੜੇ ਡਿਸਟ੍ਰਿਕਟ ਦੇ ਐਸਐਸਪੀ ਤੇ ਸੀਪੀਸ ਹੈਗੇ, ਇਹ ਮਿਲ ਕੇ ਇਕੱਠਾ ਇੱਕ ਵਜੋਂ ਟੀਮ ਵਜੋਂ ਕੰਮ ਕਰਨਗੇ ਜੀ। ਤੇ ਕਾਫੀ ਕੰਮ ਇਸ ਤੇ ਹੋਇਆ ਹੈ ਤੇ ਅਸੀਂ ਇਹਨੂੰ ਸਿਰੇ ਚੜਾਵਾਂਗੇ। ਯਾਦ ਸਾਹਿਬ, ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੁੰਦਾ, ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ 2-3 ਮਹੀਨਿਆਂ ਦੇ ਵਿੱਚ ਹੀ ਕਾਫੀ ਵੱਡੀਆਂ ਘਟਨਾਵਾਂ ਸਾਹਮਣੇ ਆਉਂਦੀਆਂ, ਗੈਂਗਸਟਰ ਸਰਗਰਮ ਹੋ ਜਾਂਦੇ ਆ। ਇੰਟੈਲੀਜੈਂਸ ਹੈੱਡਕੁਆਟਰ ਦੇ ਉੱਤੇ ਆਰਪੀਜੀ ਦਾ ਹਮਲਾ ਹੁੰਦਾ, ਜਿਹੜਾ ਕਿ ਤੁਹਾਨੂੰ ਵੀ ਜਾਣਕਾਰੀ ਹੋਵੇਗੀ ਕਿ ਇਹ ਉਦੋਂ ਵਰਤਿਆ ਜਾਂਦਾ ਜਦੋਂ ਅਫਗਾਨਿਸਤਾਨ ਦੇ ਯੁੱਧ 'ਚ ਜਦੋਂ ਜਾਂ ਕੋਈ ਟੈਂਕ ਜਿਹੜੇ ਫਾੜਨੇ ਹੋਣ ਉਦੋਂ। ਤੇ ਐਵੇਂ ਦੀ ਜਿਹੜੀ ਸਮੱਗਰੀ ਹੈ, ਜਿਸ ਤਰ੍ਹਾਂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਹਥਿਆਰ ਰਸ਼ੀਅਨ ਵੈਪਨ ਵਰਤੇ ਗਏ, ਇਹ ਪੰਜਾਬ ਦੇ ਵਿੱਚ ਆ ਕਿਸ ਤਰ੍ਹਾਂ ਰਹੀ ਹੈ? ਦੇਖੋ ਜੀ, ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਇਹ ਵੱਡੇ ਕ੍ਰਾਈਮਸ ਨੂੰ ਟੈਕਲ ਕਰਨ ਲਈ। ਸਾਡਾ ਦੂਜੀ ਸਟੇਟਾਂ ਨਾਲ ਕੋਆਰਡੀਨੇਸ਼ਨ ਹੈਗਾ, ਇੰਟਰ ਸਟੇਟ ਬਾਰਡਰ ਤੇ ਸਾਡਾ ਬੀਐਸਐਫ ਨਾਲ ਕੋਆਰਡੀਨੇਸ਼ਨ ਹੈਗਾ ਤੇ ਇਹ ਜਿਹੜਾ ਟ੍ਰੈਂਡ ਦੇਖੇ ਗਏ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਮਗਲਿੰਗ ਹੁੰਦੀ ਹੈ। ਇਨਫੈਕਟ ਕੰਟਰੀ ਮੇਡ ਵੈਪਨਸ ਵੀ ਜਿਹੜੇ ਹੈਗੇ ਉਹ ਇਨ ਸਰਕੂਲੇਸ਼ਨ ਹੈਗੇ। ਤੇ ਸਾਡਾ ਦਿੱਲੀ ਪੁਲਿਸ ਨਾਲ ਅੱਛਾ ਤਾਲਮੇਲ ਹੈ, ਦੂਜੀ ਪੁਲਿਸ ਫੋਰਸਿਸ ਨਾਲ, ਸੈਂਟਰਲ ਏਜੰਸੀਜ਼ ਨਾਲ, ਤੇ ਸਾਰਿਆਂ ਦੇ ਤਾਲਮੇਲ ਨਾਲ, ਇਨਫੋਰਮੇਸ਼ਨ ਸ਼ੇਅਰਿੰਗ ਨਾਲ ਅਸੀਂ ਇਸ ਤੇ ਨੱਥ ਪਾਵਾਂਗੇ ਜੀ। ਇੰਟੈਲੀਜੈਂਸ ਹੈੱਡਕੁਆਟਰ ਤੇ ਹਮਲਾ ਹੁੰਦਾ, ਇੰਟੈਲੀਜੈਂਸ ਦਾ ਕੰਮ ਹੁੰਦਾ ਕਿ ਸਰਕਾਰ ਨੂੰ ਜਾਂ ਲੋਕਾਂ ਬਾਰੇ ਦੱਸਣਾ ਕਿਸ ਚੀਜ਼ ਦਾ ਖਤਰਾ, ਕਿਸ ਨੂੰ ਖਤਰਾ, ਪਰ ਉਸ ਤੇ ਅਟੈਕ ਹੋ ਜਾਂਦਾ, ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਇਹ ਇੰਟੈਲੀਜੈਂਸ ਫੇਲਰ ਨਹੀਂ ਮੰਨੋਗੇ ਤੁਸੀਂ? ਦੇਖੋ ਜੀ, ਮੈਂ ਇਹਨੂੰ ਇਸ ਤਰੀਕੇ ਨਾਲ ਵੇਖਦਾ ਕਿ ਇਹ ਜਦ ਕੋਈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੌਨਫੀਡੈਂਸ਼ੀਅਲ ਨੇਚਰ ਦੀ ਮੈਂ ਓਪਨਲੀ ਨਹੀਂ ਕਰ ਸਕਦਾ, ਪਰ ਸਾਡਾ ਰਿਐਕਸ਼ਨ ਬਿਲਕੁਲ ਚੁਸਤ ਸੀਗਾ ਜੀ। ਅਸੀਂ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਇਨਵੋਲਵਡ, ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਗ੍ਰਿਫਤਾਰੀਆਂ ਕੀਤੀ ਤੇ ਉਹ ਇਨਵੈਸਟੀਗੇਸ਼ਨ ਬਿਲਕੁਲ ਸਹੀ ਟਰੈਕ ਤੇ ਹੈ ਜੀ। ਤੇ ਅਸੀਂ ਛੇਤੀ ਤੋਂ ਉਹ ਕੇਸ ਸਾਡਾ ਸੋਲਵ ਹੋ ਗਿਆ ਹੈ ਤੇ ਪਰਪੈਟਰੇਟਰਸ ਆਈਡੈਂਟੀਫਾਈਡ ਹੋ ਗਏ ਹੈ, ਅਰੈਸਟ ਵੀ ਹੋਈਆਂ ਹੈ। ਸੋ ਵੀ ਆਰ ਵਰਕਿੰਗ ਆਊਟ ਦੈਟ ਕੇਸ। ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਕੰਮ ਕਰ ਰਹੀ ਹੈ, ਬਾਕੀ ਸਟੇਟਸ ਦੀਆਂ ਪੁਲਿਸ ਵੀ ਕੰਮ ਕਰ ਰਹੀਆਂ, ਪਰ ਲੋਕਾਂ ਦੀਆਂ ਨਜ਼ਰਾਂ ਜ਼ਿਆਦਾ ਪੰਜਾਬ ਪੁਲਿਸ ਤੇ ਆ। ਉਹਨਾਂ ਦੇ ਫਾਦਰ ਨੇ ਵੀ ਕੱਲ੍ਹ ਪਰਸੋਂ ਇੱਕ ਬਿਆਨ ਦਿੱਤਾ ਸੀਗਾ ਕਿ ਉਹਨਾਂ ਨੂੰ ਕਾਫੀ ਪਹਿਲਾਂ ਤੋਂ ਥ੍ਰੈਟ ਕਾਲਸ ਆ ਰਹੀਆਂ ਸੀ, ਉਹਨਾਂ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਤੇ ਇੱਕ ਪੈਰਲਰ ਸਰਕਾਰ ਚਲਾ ਰਹੇ ਨੇ ਗੈਂਗਸਟਰ ਪੰਜਾਬ ਦੇ ਵਿੱਚ। ਦੇਖੋ ਜੀ, ਆਹੀ ਸੀਐਮ ਸਾਹਿਬ ਨੇ ਪੰਜਾਬ ਪੁਲਿਸ ਨੂੰ ਟਾਸਕ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਸ ਨੂੰ ਬਿਲਕੁਲ ਖਤਮ ਕੀਤਾ ਜਾਵੇ, ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਹੋਵੇ, ਆਮ ਲੋਕ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਣ। ਤਾਂ ਇਸ ਲਈ ਅਸੀਂ ਪੂਰੇ ਉਪਰਾਲੇ ਕਰਾਂਗੇ ਤੇ ਮੈਂ ਅਸ਼ੋਰ ਕਰਦਾ ਤੁਹਾਡੇ ਵਿਊਅਰਸ ਨੂੰ, ਸਾਰੇ ਪੰਜਾਬੀਆਂ ਨੂੰ, ਕਿ ਤੁਸੀਂ ਵੇਖੋਗੇ ਕਿ ਪੰਜਾਬ ਪੁਲਿਸ ਕਿਵੇਂ ਇਸ ਤੇ ਨੱਥ ਪਾਉਂਦੀ ਹੈ ਜੀ।
ਪੰਜਾਬ ਦੇ ਵਿੱਚ ਜਦੋਂ ਸਾਹਿਬ ਪਿਛਲੇ ਸਮੇਂ ਦੌਰਾਨ ਨਸ਼ਿਆਂ ਦਾ ਜਿਹੜਾ ਕਹਿੰਦੇ ਆ ਕਿ ਇੱਕ ਦਰਿਆ ਹੀ ਵਗ ਗਿਆ, ਬੱਚਿਆਂ ਵੱਲੋਂ ਓਵਰਡੋਜ਼ ਲੈ ਕੇ ਉਹਨਾਂ ਦੀ ਡੈਥ ਹੋ ਜਾਣੀ ਆਮ ਖਬਰਾਂ ਹੋ ਗਈਆਂ ਹੈ। ਕਿਸ ਤਰ੍ਹਾਂ ਯੂਥ ਨੂੰ ਇਹਦੇ ਵਿੱਚੋਂ ਕੱਢੇਗੀ, ਕਿਉਂਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਰੋਲ ਹੁੰਦਾ, ਨਸ਼ੇ ਨਹੀਂ ਆਉਣਗੇ ਪੰਜਾਬ ਦੇ ਵਿੱਚ ਤਾਂ ਯੂਥ ਸੇਫ ਰਹੇਗਾ। ਪੇਰੈਂਟਸ ਦਾ ਇਹ ਮੰਨਣਾ ਕਿ ਹੁਣ ਬੱਚਿਆਂ ਨੂੰ ਬਾਹਰ ਭੇਜ ਦਿਓ ਕਿ ਇੱਥੇ ਨਸ਼ਿਆਂ 'ਚ ਨਾ ਫਸ ਜਾਣ, ਕਿਸੇ ਹੋਰ ਐਵੇਂ ਦੀ ਸੰਗਤ 'ਚ ਨਾ ਪੈ ਜਾਣ। ਕਿਸ ਤਰ੍ਹਾਂ ਪੰਜਾਬ ਪੁਲਿਸ ਟੈਕਲ? ਦੇਖੋ ਜੀ, ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਹੈ ਡਰੱਗਸ ਨੂੰ ਟੈਕਲ ਕਰਨ ਲਈ, ਜਿਹਨੂੰ ਆਪਾਂ ਕਹਿੰਦੇ ਆ ਕਿ ਡਿਮਾਂਡ ਤੇ ਸਪਲਾਈ ਦੋਵਾਂ ਤੇ ਵਰਕ ਕਰਨਾ ਹੈ। ਜਿਹੜੇ ਕੰਜ਼ਿਊਮਰਸ ਹੈ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ, ਤੇ ਇਹਦੇ 'ਚ ਹੈਲਥ ਡਿਪਾਰਟਮੈਂਟ, ਪੁਲਿਸ, STF ਦਾ ਬਹੁਤ ਵੱਡਾ ਰੋਲ ਹੈ ਕੋਆਰਡੀਨੇਸ਼ਨ ਦੇ ਵਿੱਚ, ਤੇ ਉਹ ਸਰਕਾਰ ਦੇ ਸਾਰੇ ਮਹਿਕਮੇ ਮਿਲ ਕੇ, ਕਿਉਂਕਿ ਇਹ CM ਸਾਹਿਬ ਦੀ ਟੌਪ ਪ੍ਰਾਇਰਟੀ ਹੈ ਜੀ ਡਰੱਗਸ ਤੇ ਕੰਟਰੋਲ ਕਰਨਾ। ਸੋ ਇਹ ਸਾਰੇ ਮਹਿਕਮੇ ਜਿਹੜੇ ਹੈਗੇ, ਜਿਵੇਂ ਓਟ ਕਲੀਨਿਕਸ ਦੇ ਨੰਬਰਸ ਵਧਾਏ ਜਾ ਰਹੇ ਹੈਗੇ ਸੋ ਦੈਟ ਜਿਹੜੇ ਪੇਸ਼ੈਂਟਸ ਹੈਗੇ ਆਊਟ ਪੇਸ਼ੈਂਟਸ ਨੂੰ ਪ੍ਰੋਪਰਲੀ ਟਰੀਟ ਕੀਤਾ ਜਾ ਸਕੇ। ਸੋ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹੈਗੇ। ਸਾਡਾ ਫੋਕਸ ਐਜ਼ ਪੰਜਾਬ ਪੁਲਿਸ, ਸਾਡਾ ਫੋਕਸ ਐਨਫੋਰਸਮੈਂਟ ਤੇ ਜ਼ਿਆਦਾ ਹੈ ਕਿ ਡਰੱਗ ਦੀ ਸਪਲਾਈ ਨੂੰ ਰੋਕਿਆ ਜਾਵੇ ਤੇ ਜਿਹੜੀ ਫਾਰਵਰਡ ਲਿੰਕੇਜ ਹੈ ਉਹਨੂੰ ਸਮੈਸ਼ ਕੀਤਾ ਜਾਵੇ ਜੀ। ਤੇ ਅਸੀਂ ਐਨਫੋਰਸਮੈਂਟ ਤੇ ਸਾਡੇ ਸਾਰੇ SSP, ਸਾਰੇ ਕਮਿਸ਼ਨਰ ਇਹ ਜੀ ਜਾਨ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਡਰੱਗ ਫ੍ਰੀ ਪੰਜਾਬ ਦਾਂਗੇ ਜੀ। ਇਸ ਪੰਜਾਬ ਨੂੰ ਅਸੀਂ ਟੋਟਲੀ ਡਰੱਗਸ ਤੋਂ ਫ੍ਰੀ ਕਰਾਂਗੇ ਜੀ। ਆਜ਼ਾਦ ਸਾਹਿਬ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਦਾ ਵੱਡਾ ਫੋਕਸ ਕਰਪਸ਼ਨ ਦੇ ਉੱਤੇ ਰਿਹਾ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ, ਉਹਨਾਂ ਦਾ ਖੁਦ ਦਾ ਮੰਤਰੀ ਡਾਕਟਰ ਵਿਜੇ ਸਿੰਗਲਾ, ਉਹਨਾਂ ਨੂੰ ਵੀ ਕਰਪਸ਼ਨ ਦੇ ਚਾਰਜ 'ਚ ਉਹਨਾਂ ਨੇ ਬਰਖਾਸਤ ਕੀਤਾ। ਤੇ ਪਿਛਲੇ ਸਮੇਂ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ, ਸੀਨੀਅਰ ਆਫੀਸਰ ਪੁਲਿਸ ਦੇ ਵੀ ਮੰਨਦੇ ਰਹੇ ਆ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਕੁਝ, ਚਾਹੇ ਉਹ ਡਰੱਗਸ ਦੇ ਨਾਲ ਇਨਵੋਲਵਮੈਂਟ ਰਹੀ ਆ, ਚਾਹੇ ਮਨੀ ਮੈਟਰ ਰਿਹਾ, ਕਰਪਸ਼ਨ ਰਿਹਾ। ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਕਰੋਗੇ, ਕਿਸ ਤਰ੍ਹਾਂ ਦੇਖੋਗੇ ਕਰਪਸ਼ਨ ਨੂੰ ਕਿੱਦਾਂ ਖਤਮ ਕਰੋਗੇ ਪੁਲਿਸ ਡਿਪਾਰਟਮੈਂਟ ਦੇ ਵਿੱਚ? ਮੈਂ ਤੁਹਾਡੇ ਥਰੂ ਇੱਕ ਬੜਾ ਕਲੀਅਰ ਤੇ ਸਖਤ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਕਰਪਸ਼ਨ ਇਨ ਐਨੀ ਫਾਰਮ ਵਿਲ ਨਾਟ ਬੀ ਟੋਲਰੇਟਡ। ਅਸੀਂ ਸਖਤ ਤੋਂ ਸਖਤ ਐਕਸ਼ਨ ਲਾਂਗੇ ਜੇ ਕੋਈ ਸਾਡਾ ਪੁਲਿਸ ਅਫਸਰ ਕਰਪਸ਼ਨ ਵਿੱਚ ਇਨਵੋਲਵ ਪਾਇਆ ਗਿਆ ਜੀ। ਕ੍ਰਿਮੀਨਲ ਐਕਸ਼ਨ ਲਿਆ ਜਾਊਗਾ। ਜੇ ਕਿਸੇ ਨੂੰ ਰੈੱਡ ਹੈਂਡਡ ਫੜਿਆ ਜਾਂਦਾ ਹੈ, ਕਰਪਸ਼ਨ ਹੈਲਪਲਾਈਨ ਹੈਗੀ, ਉਸ ਤੇ ਜੇ ਕੰਪਲੇਂਟ ਆਉਂਦੀ ਹੈ ਫੌਰੀ ਤੌਰ ਤੇ ਐਕਸ਼ਨ ਹੋਊਗਾ ਜੀ। ਸੋ ਅਸੀਂ ਬਿਲਕੁਲ ਇਸ ਦੇ ਵਿੱਚ 1% ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਕਰਪਟ ਵਿਲ ਨਾਟ ਬੀ ਸਪੇਅਰਡ। ਪੰਜਾਬ ਪੁਲਿਸ ਤੋਂ ਲੋਕ, ਇੱਕ ਖੌਫ ਹੈ ਪੰਜਾਬ ਪੁਲਿਸ ਦਾ, ਲੋਕਾਂ ਦੇ ਮਨਾਂ 'ਚ ਡਰ ਰਹਿੰਦਾ ਕਿ ਜੇ ਮੈਂ ਕੰਪਲੇਂਟ ਕਰਨ ਵੀ ਥਾਣੇ ਗਿਆ ਸ਼ਾਇਦ ਮੇਰੇ ਤੋਂ ਹੀ ਕੁਛ ਐਵੇਂ ਦਾ ਪੁੱਛਗਿੱਛ ਨਾ ਹੋ ਜਾਏ, ਕੋਈ ਮੇਰੇ ਖਿਲਾਫ ਕਾਰਵਾਈ ਨਾ ਹੋ ਜਾਏ। ਇੱਕ ਮਾਹੌਲ ਐਵੇਂ ਦਾ ਸਿਰਜਣਾ ਚਾਹੀਦਾ ਹੈ ਕਿ ਲੋਕ ਬੇਖੌਫ, ਬੇਡਰ ਪੰਜਾਬ ਪੁਲਿਸ ਨੂੰ ਆਪਣਾ ਦੋਸਤ ਸਮਝ ਕੇ ਆਪਣਾ ਦੁੱਖ ਦੱਸਣ, ਆਪਣੀ ਤਕਲੀਫ ਦੱਸਣ। ਕਿਸ ਤਰ੍ਹਾਂ ਮੈਸੇਜ ਦਿਓਗੇ ਨੀਚੇ ਤੱਕ ਕਿ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ? ਮੈਂ ਸਮਝਦਾ ਕਿ ਆਈਡੀਅਲ ਪੁਲਿਸਿੰਗ ਹੁੰਦੀ ਹੈ ਕਿ ਜਿਹੜਾ ਮਾੜਾ ਅਨਸਰ ਹੈ, ਬਦਮਾਸ਼ ਹੈ, ਉਸ ਨੂੰ ਪੁਲਿਸ ਤੋਂ ਡਰਨਾ ਚਾਹੀਦਾ। ਜਿਹੜਾ ਸ਼ਰੀਫ ਸਿਟੀਜ਼ਨ ਹੈ, ਲਾਅ ਅਬਾਈਡਿੰਗ ਹੈ, ਉਹ ਪੁਲਿਸ ਨੂੰ ਆਪਣਾ ਫਰੈਂਡ ਸਮਝੇ। ਸੋ ਇਸ ਜਿਵੇਂ ਅਸੀਂ ਕਮਿਊਨਿਟੀ ਪੁਲਿਸਿੰਗ ਸਕੀਮਸ ਸ਼ੁਰੂ ਕੀਤੀਆਂ ਹੈ, ਜਿਹੜੇ ਸਾਡੇ ਸਾਂਝ ਕੇਂਦਰ ਹੈਗੇ ਉਹ ਕਾਫੀ ਪੁਲਿਸ ਸਰਵਿਸਿਜ਼ ਲੋਕਾਂ ਨੂੰ ਦੇ ਰਹੇ ਹੈਗੇ। ਲੋਕਾਂ ਨਾਲ ਜਿਹੜਾ ਫਰਕ ਹੈਗਾ, ਜਿਵੇਂ ਯੂਥ ਕਲੱਬਸ ਬਣਾ ਕੇ, ਰੂਰਲ ਸਪੋਰਟਸ ਦੇ ਵਿੱਚ ਪੁਲਿਸ ਨੂੰ ਇਨਵੋਲਵ ਕਰਕੇ, ਪਬਲਿਕ ਮੀਟਿੰਗਸ ਕਰਕੇ, ਗ੍ਰੀਵੈਂਸ ਰਿਡਰਸਲ ਕੈਂਪਸ ਲਗਾ ਕੇ, ਇਸ ਤਰ੍ਹਾਂ ਦੇ ਬਹੁਤ ਸਾਰੇ ਪੀਪਲ ਫਰੈਂਡਲੀ ਇਨੀਸ਼ੀਏਟਿਵਸ ਨੂੰ ਅਸੀਂ ਅੰਜਾਮ ਦਾਂਗੇ ਸੋ ਦੈਟ ਜਿਹੜਾ ਇੱਕ ਫਰਕ ਹੈਗਾ ਪੁਲਿਸ ਤੇ ਪਬਲਿਕ ਦਾ ਉਹ ਬਿਲਕੁਲ ਨਾ ਰਵੇ ਤੇ ਪਬਲਿਕ ਪੁਲਿਸ ਨੂੰ ਆਪਣਾ ਫਰੈਂਡ ਸਮਝੇ। ਪੰਜਾਬ ਦੇ ਵਿੱਚ ਗੈਰ ਸਮਾਜਿਕ ਅੰਸਰ ਜ਼ਿਆਦਾ ਸਰਗਰਮ ਹੋ ਗਏ ਨੇ। ਬੀਇੰਗ ਅ DGP ਤੁਸੀਂ ਹੁਣੇ ਕਮਾਨ ਸੰਭਾਲੀ ਹੈ ਪੰਜਾਬ ਪੁਲਿਸ ਦੀ, ਇੱਕ ਕੀ ਸਖਤ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਤੱਕ ਇੱਕ ਡਰ ਵਾਲਾ ਇੱਕ ਮਾਹੌਲ ਬਣੇ, ਉਹਨਾਂ ਤੱਕ, ਆਮ ਲੋਕਾਂ ਤੱਕ ਨਹੀਂ, ਉਹਨਾਂ ਲੋਕਾਂ ਤੱਕ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ? ਗੈਰ ਸਮਾਜਿਕ ਤੱਤਾਂ ਨੂੰ ਤਾਂ ਮੈਂ ਇਹੀ ਕਹਿਣਾ ਕਿ ਤੁਸੀਂ ਪੰਜਾਬ ਛੱਡ ਦਿਓ ਜੀ ਹੁਣ, ਤੇ ਪੰਜਾਬ ਕਿਸੇ ਦੂਜੀ ਸਟੇਟ ਚਲ ਜਾਓ ਜੀ, ਇੱਥੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਯਾ ਸਾਹਿਬ, ਪਿਛਲੇ ਸਮੇਂ ਦੌਰਾਨ ਇਹ ਸਾਹਮਣੇ ਆਇਆ ਕਿ ਜਿਹੜੇ ਗੈਂਗਸਟਰ ਹੈ ਉਹ ਇੰਨੇ ਬੇਖੌਫ ਹੋ ਗਏ ਆ ਕਿ ਕਿਸੇ ਨੂੰ ਵੀ ਕਾਲ ਕਰਕੇ ਫਰੌਤੀ ਮੰਗਦੇ ਆ, ਡਾਕਟਰ ਹੋਵੇ, ਪੋਲੀਟੀਸ਼ੀਅਨ ਹੋਵੇ, ਕੋਈ ਆਮ ਬੰਦਾ ਹੋਵੇ। ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸੇ ਨੂੰ ਵੀ ਫੋਨ ਚਲਾ ਜਾਣਾ, ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਆ ਕਿ ਕਿਸੇ ਤੋਂ ਫਰੌਤੀ ਮੰਗ ਰਹੇ ਆ, ਤੇ ਕਈਆਂ ਨੇ ਦੇ ਵੀ ਦਿੱਤੇ ਪੈਸੇ ਡਰ ਦੇ ਵਿੱਚ ਆ ਕੇ, ਪੁਲਿਸ ਨੂੰ ਕੰਟੈਕਟ ਤੱਕ ਨਹੀਂ ਕਰਦੇ। ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ 99% ਐਕਸਟੋਰਸ਼ਨ ਕਾਲਸ ਫੇਕ ਹੈਗੀਆਂ ਜੀ। ਜਿੱਥੇ ਜਿੱਥੇ ਸਾਨੂੰ ਲੋਕਾਂ ਨੇ ਰਿਪੋਰਟ ਕੀਤਾ ਹੈ, ਅਸੀਂ ਇਨ ਕਾਲਾਂ ਨੂੰ ਟਰੈਕ ਕੀਤਾ ਹੈ ਤੇ ਸਿਰੇ ਤੱਕ ਪਹੁੰਚੇ, ਤੇ ਉਹ ਲੋਕਲ, ਥੋੜਾ ਕੋਈ ਲੋਕਲ ਬੰਦਾ ਹੁੰਦਾ ਹੈ ਜੀ। ਸੋ ਮੇਰੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਤੁਸੀਂ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰੋ ਜੀ, ਅਸੀਂ ਉਹਨੂੰ ਟਰੈਕ ਕਰਾਂਗੇ। ਅੱਜ ਕੱਲ੍ਹ ਲੋਕੀ ਫੇਕ ਜਿਹੜੇ VOIP ਕਾਲਾਂ ਕਰਕੇ ਤੁਹਾਡੇ ਕੋਲ ਬੈਠੇ ਹੁੰਦੇ ਆ, ਲੱਗਦਾ ਪਾਕਿਸਤਾਨ ਤੋਂ ਕਾਲ ਆ ਗਈ ਜਾਂ ਗੋਲਡੀ ਬਰਾੜ, ਇਹ ਤੇ ਪਤਾ ਨਹੀਂ ਕਿੰਨੇ ਗੋਲਡੀ ਬਰਾੜ ਬਣ ਕੇ ਕਰੀ ਜਾਂਦੇ ਆ। ਤੁਸੀਂ ਡਰਨ ਦੀ ਲੋੜ ਨਹੀਂ ਹੈ, ਪੁਲਿਸ ਤੁਹਾਡੇ ਨਾਲ ਹੈ। ਅਸੀਂ ਹਰ ਕਾਲ ਨੂੰ ਟਰੈਕ ਕਰਾਂਗੇ, ਟਰੇਸ ਕਰਾਂਗੇ, ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਜੀ। ਤੇ
ਅਸੀਂ ਵੈਰੀਫਿਕੇਸ਼ਨ ਕੀਤੀ ਹੈ, ਗੈਂਗਸਟਰਸ ਨਾਲ ਗੱਲਬਾਤ ਕੀਤੀ, ਇੰਟਰੋਗੇਟ ਕੀਤਾ ਹੈ। ਉਹ ਕਹਿੰਦੇ ਵੀ 1% ਵੀ ਕਾਲਾਂ ਗੈਂਗਸਟਰਸ ਵੱਲੋਂ ਨਹੀਂ ਹੈ ਜੀ, ਇਹ ਸਿਰਫ ਲੋਕਲ ਲੈਵਲ ਤੇ ਐਕਸਪਲੋਇਟ ਕੀਤਾ ਜਾ ਰਿਹਾ ਜੀ। ਬਿਲਕੁਲ ਇਸ ਤਰ੍ਹਾਂ ਦੀ ਕਾਲਾਂ ਨੂੰ ਪੁਲਿਸ ਨੂੰ ਰਿਪੋਰਟ ਕਰੋ ਜੀ, ਵੀ ਵਿਲ ਟੇਕ ਸਟ੍ਰਿਕਟ ਐਕਸ਼ਨ। ਠੀਕ ਹੈ ਜੱਜ ਸਾਹਿਬ, ਜੀ ਟੀਵੀ ਤੇ ਤੁਸੀਂ ਕਾਫੀ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ, ਕਰਪਸ਼ਨ ਤੇ, ਗੈਂਗਸਟਰ ਡਰੱਗਸ ਤੇ। ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਸਾਡੇ ਨਾਲ ਸੀ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ, ਜਿਨ੍ਹਾਂ ਕਿ ਲੋਕਾਂ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਕਿ ਪੰਜਾਬ ਹੁਣ ਸੁਰੱਖਿਅਤ ਹੱਥਾਂ ਵਿੱਚ ਹੈ ਤੇ ਗੈਂਗਸਟਰ ਅਤੇ ਨਸ਼ਿਆਂ ਦਾ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਇੱਕ ਸਖਤ ਮੈਸੇਜ ਦਿੱਤਾ ਕਿ ਪੰਜਾਬ ਛੱਡ ਜਾਓ। ਇਸ ਨੂੰ ਕਿਸ ਤਰ੍ਹਾਂ ਉਹ ਸਾਬਿਤ ਕਰਨਗੇ ਤੇ ਕਿਸ ਤਰ੍ਹਾਂ ਇਸ ਰਣਨੀਤੀ ਨੂੰ ਤਿਆਰ ਕਰਕੇ ਇਹਨੂੰ ਲਾਗੂ ਕਰਨਗੇ, ਆਉਣ ਵਾਲਾ ਸਮੇਂ ਦੱਸੇਗਾ। ਫਿਲਹਾਲ ਅਸੀਂ ਲੈਂਦੇ ਹਾਂ ਇਜਾਜ਼ਤ। ਮੈਂ ਵਿਕਰਮਜੀਤ ਮਾਨ, ਸੁਰਿੰਦਰ ਸਿੰਘ ਦੇ ਨਾਲ, ਅਜੀਤ ਟੀਵੀ ਚੰਡੀਗੜ੍ਹ। ਯਾਦਵ ਸਾਹਿਬ, ਜਿਸ ਤਰ੍ਹਾਂ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲਾ ਹੁੰਦਾ, ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਇਹ ਇੰਟੈਲੀਜੈਂਸ ਫੇਲਰ ਨਹੀਂ ਮੰਨੋਗੇ ਤੁਸੀਂ? ਸਾਡਾ ਰਿਐਕਸ਼ਨ ਬਿਲਕੁਲ ਚੁਸਤ ਸੀਗਾ ਜੀ। ਅਸੀਂ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਇਨਵੋਲਵਡ, ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਗ੍ਰਿਫਤਾਰੀਆਂ ਕੀਤੀ ਤੇ ਉਹ ਇਨਵੈਸਟੀਗੇਸ਼ਨ ਬਿਲਕੁਲ ਸਹੀ ਟਰੈਕ ਤੇ ਹੈ ਜੀ। ਜਿਸ ਤਰ੍ਹਾਂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਹਥਿਆਰ ਰਸ਼ੀਅਨ ਵੈਪਨ ਵਰਤੇ ਗਏ, ਇਹ ਪੰਜਾਬ ਦੇ ਵਿੱਚ ਆ ਕਿਸ ਤਰ੍ਹਾਂ ਰਹੀ ਹੈ? ਇਹ ਜਿਹੜਾ ਟ੍ਰੈਂਡ ਦੇਖੇ ਗਏ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਮਗਲਿੰਗ ਹੁੰਦੀ ਹੈ। ਸਾਡਾ ਦਿੱਲੀ ਪੁਲਿਸ ਨਾਲ ਅੱਛਾ ਤਾਲਮੇਲ ਹੈ, ਦੂਜੀ ਪੁਲਿਸ ਫੋਰਸਸ ਨਾਲ, ਸੈਂਟਰਲ ਏਜੰਸੀਜ਼ ਨਾਲ, ਤੇ ਸਾਰਿਆਂ ਦੇ ਤਾਲਮੇਲ ਨਾਲ, ਇਨਫੋਰਮੇਸ਼ਨ ਸ਼ੇਅਰਿੰਗ ਨਾਲ ਅਸੀਂ ਇਸ ਤੇ ਨੱਥ ਪਾਵਾਂਗੇ ਜੀ। ਇੱਕ ਕੀ ਸਖਤ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਤੱਕ ਇੱਕ ਡਰ ਵਾਲਾ ਇੱਕ ਮਾਹੌਲ ਬਣੇ, ਉਹਨਾਂ ਤੱਕ, ਆਮ ਲੋਕਾਂ ਤੱਕ ਨਹੀਂ, ਉਹਨਾਂ ਲੋਕਾਂ ਤੱਕ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ? ਗੈਰ ਸਮਾਜਿਕ ਤੱਤਾਂ ਨੂੰ ਤਾਂ ਮੈਂ ਇਹੀ ਕਹਿਣਾ ਕਿ ਤੁਸੀਂ ਪੰਜਾਬ ਛੱਡ ਦਿਓ ਜੀ ਹੁਣ, ਤੇ ਪੰਜਾਬ ਕਿਸੇ ਦੂਜੀ ਸਟੇਟ ਚਲ ਜਾਓ ਜੀ, ਇੱਥੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ। ਮੈਂ ਤੁਹਾਡਾ ਹੋਸਟ ਤੇ ਦੋਸਤ ਵਿਕਰਮਜੀਤ ਮਾਨ। ਅੱਜ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਪੰਜਾਬ ਦੇ ਨਵੇਂ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ। ਯਾਦਵ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਅਜੀਤ ਟੀਵੀ ਤੇ। ਯਾਦਵ ਸਾਹਿਬ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਾਫੀ ਕ੍ਰਿਟੀਕਲ ਬਣੀ ਹੋਈ ਆ, ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ, ਲੋਕਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ। ਸਭ ਤੋਂ ਜਿਹੜਾ ਪਹਿਲਾ ਕੰਮ ਤੁਸੀਂ ਬੀਇੰਗ ਅ ਡੀਜੀਪੀ ਤੁਸੀਂ ਕੀ ਮੰਨਦੇ ਹੋ ਕਿ ਐਸਾ ਕਰੋਗੇ ਕਿ ਲੋਕਾਂ ਦੇ ਮਨ 'ਚੋਂ ਜਿਹੜਾ ਇੱਕ ਡਰ ਹੈ ਉਹਨਾਂ ਨੂੰ ਸੇਫਟੀ ਮਹਿਸੂਸ ਹੋਵੇ ਕਿ ਅਸੀਂ ਸੁਰੱਖਿਅਤ ਹੱਥਾਂ ਦੇ ਵਿੱਚ? ਦੇਖੋ ਜੀ, ਮੈਂ ਤੇ ਸ਼ੁਰੂ ਕਰਤਾ ਜੀ, ਮੈਂ ਚਾਰਜ ਲਿਆ ਸੀਗਾ ਤੇ ਸਭ ਤੋਂ ਪਹਿਲੇ ਮੈਂ ਜਾ ਕੇ ਆਪ ਜਿਹੜਾ ਮੂਸੇਵਾਲੇ ਕਤਲ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਨਾਲ ਪੁੱਛਗਿੱਛ ਕੀਤੀ ਜੀ, ਤੇ ਇਨਵੈਸਟੀਗੇਸ਼ਨ ਨੂੰ ਉਹਨਾਂ ਨਾਲ ਗੱਲਬਾਤ ਕੀਤੀ, ਅੱਗੇ ਵਧਾ ਰਹੇ ਹੈਗੇ। ਇੱਕ ਹੋਰ ਬਦਮਾਸ਼ ਹੈਗਾ ਜਿਹੜਾ ਜੱਗੂ ਭਗਵਾਨਪੁਰੀਆ, ਉਹਨੂੰ ਵੀ ਰਿਮਾਂਡ ਤੇ ਲਿਆਂਦਾ ਹੈ ਦਿੱਲੀ ਤੋਂ ਜੀ। ਜਿਹੜੇ ਸ਼ੂਟਰਸ ਦਿੱਲੀ ਪੁਲਿਸ ਖੜੇ ਸੀ ਉਹਨਾਂ ਨੂੰ ਲਿਆਂਦਾ ਹੈ ਜੀ ਰਿਮਾਂਡ ਤੇ ਅਸੀਂ ਇਹ ਡਰ ਦਾ ਮਾਹੌਲ ਖਤਮ ਕਰ ਦੇਣਾ ਜੀ ਪੰਜਾਬ ਦੇ ਵਿੱਚ। ਅਸੀਂ ਗੈਂਗਸਟਰਵਾਦ ਨੂੰ ਬਿਲਕੁਲ ਨਹੀਂ ਪਨਪਣ ਦੇਣਾ ਜੀ। ਤੇ ਨਾਲ ਹੀ ਮੈਂ ਪੁਲਿਸ ਸਟੇਸ਼ਨਸ ਵੀ ਚੈੱਕ ਕੀਤੇ ਸੀ, ਵਿਜ਼ਿਟ ਕੀਤੇ ਸੀ ਕਿ ਬੇਸਿਕ ਪੁਲਿਸਿੰਗ ਤੇ ਸਾਡਾ ਫੋਕਸ ਹੈਗਾ। ਜਿਹੜਾ ਪੁਲਿਸ ਦਾ ਕੰਮ ਹੈ ਅਸੀਂ ਉਸ ਕੰਮ ਨੂੰ ਠੋਸ ਤਰੀਕੇ ਨਾਲ ਕਰਾਂਗੇ ਤੇ ਅਮਨ ਤੇ ਕਾਨੂੰਨ ਤੇ ਪੂਰਾ ਧਿਆਨ ਦਿੱਤਾ ਜਾਊਗਾ ਜੀ, ਤੇ ਤੁਸੀਂ ਵਿਜ਼ੀਬਲ ਚੇਂਜ ਮਹਿਸੂਸ ਕਰੋਗੇ। ਇਸ ਨੂੰ ਲੈ ਕੇ ਤੁਹਾਡੀ ਕੋਈ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੈ, ਐਸਐਸਪੀ ਲੈਵਲ ਤੇ ਜਾਂ ਕਮਿਸ਼ਨਰ ਲੈਵਲ ਤੇ ਕੋਈ ਮੈਸੇਜ ਦਿੱਤੇ ਗਏ ਨੇ ਕਿ ਕਿਸ ਤਰ੍ਹਾਂ ਹੁਣ ਰਣਨੀਤੀ ਬਣਾਉਣੀ ਹੈ, ਚਾਹੇ ਗੈਂਗਸਟਰ ਹੈ ਚਾਹੇ ਹੋਰ ਕੋਈ ਕ੍ਰਾਈਮ ਹੈ, ਉਹਨਾਂ ਟੈਕਲ ਕਰਨ ਲਈ? ਸੀਐਮ ਸਾਹਿਬ ਦੀ ਹਦਾਇਤਾਂ ਹੈਗੀਆਂ ਕਿ ਦੋਵੇਂ ਚੀਜ਼ਾਂ ਜੀ, ਡਰੱਗਸ ਤੇ ਗੈਂਗਸਟਰਸ ਨੂੰ ਟੌਪ ਪ੍ਰਾਇੋਰਟੀ ਦਿੱਤੀ ਜਾਵੇ। ਤੇ ਸੀਐਮ ਸਾਹਿਬ ਨੇ ਆਪ ਛੋਟੇ ਗਰੁੱਪਸ ਦੇ ਵਿੱਚ ਐਸਐਸਪੀਜ਼ ਨਾਲ ਮੀਟਿੰਗਾਂ ਕੀਤੀਆਂ ਜੀ, ਤਕਰੀਬਨ ਮੀਟਿੰਗਾਂ ਕੰਪਲੀਟ ਹੋ ਗਈਆਂ ਜੀ, ਤੇ ਉਸ ਦੇ ਵਿੱਚ ਬੜੇ ਵਿਸਤਾਰਪੂਰਵਕ ਐਸਐਸਪੀਜ਼ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਵੇਂ ਡਰੱਗਸ ਤੇ ਗੈਂਗਸਟਰਸ ਤੇ ਕੰਟਰੋਲ ਕਰਨਾ ਹੈ ਜੀ। ਸੋ ਜਿਹੜੇ ਬੰਦੇ ਕੰਜ਼ਿਊਮਰ ਹੈਗੇ, ਡਰੱਗਸ ਛੋਟੀ ਮਾਤਰਾ ਦੇ ਵਿੱਚ ਲੈਂਦੇ ਆ, ਉਹਨਾਂ ਨੂੰ ਅਸੀਂ ਟਾਰਗੇਟ ਨਹੀਂ ਕਰਾਂਗੇ। ਉਹਨਾਂ ਲਈ ਉਹਨਾਂ ਨੂੰ ਐਜ਼ ਅ ਵਿਕਟਮ ਟਰੀਟ ਕਰਕੇ ਉਹਨਾਂ ਦਾ ਇਲਾਜ ਜਾਂ ਉਹਨਾਂ ਨੂੰ ਬੈਕ ਇਨਟੂ ਮੇਨ ਸਟ੍ਰੀਮ ਕਰਾਇਆ ਜਾਊਗਾ। ਤੇ ਜਿਹੜੇ ਪੈਡਲਰਸ ਹੈਗੇ, ਸਪਲਾਇਰਸ ਹੈਗੇ, ਵੱਡੇ ਸਪਲਾਇਰਸ ਜਿਹੜੇ ਕਹਿ ਲਓ ਫਾਰਵਰਡ ਚੇਨ ਤੇ ਬੈਕਵਰਡ ਚੇਨ ਜਿਹੜੀ ਹੁੰਦੀ ਹੈ, ਇਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਊਗਾ, ਰਿਕਵਰੀ ਕੀਤੀ ਜਾਊਗੀ। ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਤੇ ਜ਼ਿਆਦਾ ਫੋਕਸ ਹੋਊਗਾ। ਸੋ ਡਰੱਗਸ ਪੰਜਾਬ ਸਰਕਾਰ ਦੀ, ਸੀਐਮ ਸਾਹਿਬ ਦੀ ਟੌਪ ਪ੍ਰਾਇੋਰਟੀ ਹੈ। ਨਾਲ ਹੀ ਨਾਲ ਗੈਂਗਸਟਰਸ ਨੂੰ ਖਤਮ ਕਰਨਾ, ਇੱਕ ਆਰਗੇਨਾਈਜ਼ਡ ਤਰੀਕੇ ਨਾਲ ਜੇਲ੍ਹਾਂ ਨਾਲ ਰਾਬਤਾ ਬਣਾ ਕੇ ਕਿਹੜੇ ਗੈਂਗਸਟਰ ਰਿਲੀਜ਼ ਹੋ ਰਹੇ ਹਨ ਉਹਨਾਂ ਦੀ ਲਿਸਟਾਂ ਅਪਡੇਟ ਕਰਾਂਗੇ, ਇਹਨਾਂ ਨੂੰ ਚੈੱਕ ਕਰਾਂਗੇ, ਇੰਟਰੋਗੇਸ਼ਨਸ ਕਰਕੇ। ਜਿਵੇਂ ਕ੍ਰਾਸ ਕੇਸਿਸ ਦੇ ਵਿੱਚ ਲਿੰਕ ਹੁੰਦੇ ਜੀ, ਇੱਕ ਗੈਂਗਸਟਰ ਹੈ, ਉਹਨੇ 8 ਕ੍ਰਾਈਮ ਕੀਤੇ ਹੈ ਤੇ ਉਹ ਸਾਰੀ ਮਿਸਲਾਂ 'ਚ ਉਹਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ, ਉਹਦੀ ਅਰੈਸਟ ਪੈਣੀ ਚਾਹੀਦੀ। ਐਵੀਡੈਂਸ ਜਿਹੜਾ ਹੈਗਾ ਹਾਈ ਕੁਆਲਿਟੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਕਰਾਈ ਜਾਵੇ। ਟਰੈਕਿੰਗ ਕਰਾਂਗੇ। ਇਸੇ ਲਈ ਸੀਐਮ ਸਾਹਿਬ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ ਜਿਹੜੀ ਕੋਆਰਡੀਨੇਸ਼ਨ ਦਾ ਕੰਮ ਕਰੂਗੀ, ਨਾਲੇ ਜਿਹੜਾ ਹੈਗਾ ਜਿਹੜੇ ਵੱਡੇ ਆਪਰੇਸ਼ਨ ਉਹ ਆਪ ਕਰੂਗੀ।
ਤੇ AGTF ਤੇ ਸਾਡੇ ਜਿਹੜੇ ਡਿਸਟ੍ਰਿਕਟ ਦੇ SSP ਤੇ CPs ਹੈਗੇ, ਇਹ ਮਿਲ ਕੇ ਇਕੱਠਾ ਇੱਕ ਵਜੋਂ ਟੀਮ ਵਜੋਂ ਕੰਮ ਕਰਨਗੇ ਜੀ। ਤੇ ਕਾਫੀ ਕੰਮ ਇਸ ਤੇ ਹੋਇਆ ਹੈ ਤੇ ਅਸੀਂ ਇਹਨੂੰ ਸਿਰੇ ਚੜਾਵਾਂਗੇ। ਯਾਦ ਸਾਹਿਬ, ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੁੰਦਾ, ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ 2-3 ਮਹੀਨਿਆਂ ਦੇ ਵਿੱਚ ਹੀ ਕਾਫੀ ਵੱਡੀਆਂ ਘਟਨਾਵਾਂ ਸਾਹਮਣੇ ਆਉਂਦੀਆਂ, ਗੈਂਗਸਟਰ ਸਰਗਰਮ ਹੋ ਜਾਂਦੇ ਆ। ਇੰਟੈਲੀਜੈਂਸ ਹੈੱਡਕੁਆਟਰ ਦੇ ਉੱਤੇ RPG ਦਾ ਹਮਲਾ ਹੁੰਦਾ, ਜਿਹੜਾ ਕਿ ਤੁਹਾਨੂੰ ਵੀ ਜਾਣਕਾਰੀ ਹੋਵੇਗੀ ਕਿ ਇਹ ਉਦੋਂ ਵਰਤਿਆ ਜਾਂਦਾ ਜਦੋਂ ਅਫਗਾਨਿਸਤਾਨ ਦੇ ਯੁੱਧ 'ਚ ਜਦੋਂ ਜਾਂ ਕੋਈ ਟੈਂਕ ਜਿਹੜੇ ਫਾੜਨੇ ਹੋਣ ਉਦੋਂ। ਤੇ ਐਵੇਂ ਦੀ ਜਿਹੜੀ ਸਮੱਗਰੀ ਹੈ, ਜਿਸ ਤਰ੍ਹਾਂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਹਥਿਆਰ ਰਸ਼ੀਅਨ ਵੈਪਨ ਵਰਤੇ ਗਏ, ਇਹ ਪੰਜਾਬ ਦੇ ਵਿੱਚ ਆ ਕਿਸ ਤਰ੍ਹਾਂ ਰਹੀ ਹੈ? ਦੇਖੋ ਜੀ, ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਇਹ ਵੱਡੇ ਕ੍ਰਾਈਮਸ ਨੂੰ ਟੈਕਲ ਕਰਨ ਲਈ। ਸਾਡਾ ਦੂਜੀ ਸਟੇਟਾਂ ਨਾਲ ਕੋਆਰਡੀਨੇਸ਼ਨ ਹੈਗਾ, ਇੰਟਰ ਸਟੇਟ ਬਾਰਡਰ ਤੇ ਸਾਡਾ BSF ਨਾਲ ਕੋਆਰਡੀਨੇਸ਼ਨ ਹੈਗਾ। ਤੇ ਇਹ ਜਿਹੜਾ ਟ੍ਰੈਂਡ ਦੇਖੇ ਗਏ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਮਗਲਿੰਗ ਹੁੰਦੀ ਹੈ। ਇਨਫੈਕਟ ਕੰਟਰੀ ਮੇਡ ਵੈਪਨਸ ਵੀ ਜਿਹੜੇ ਹੈਗੇ ਉਹ ਇਨ ਸਰਕੂਲੇਸ਼ਨ ਹੈਗੇ। ਤੇ ਸਾਡਾ ਦਿੱਲੀ ਪੁਲਿਸ ਨਾਲ ਅੱਛਾ ਤਾਲਮੇਲ ਹੈ, ਦੂਜੀ ਪੁਲਿਸ ਫੋਰਸਸ ਨਾਲ, ਸੈਂਟਰਲ ਏਜੰਸੀਜ਼ ਨਾਲ, ਤੇ ਸਾਰਿਆਂ ਦੇ ਤਾਲਮੇਲ ਨਾਲ, ਇਨਫੋਰਮੇਸ਼ਨ ਸ਼ੇਅਰਿੰਗ ਨਾਲ ਅਸੀਂ ਇਸ ਤੇ ਨੱਥ ਪਾਵਾਂਗੇ ਜੀ। ਇੰਟੈਲੀਜੈਂਸ ਹੈੱਡਕੁਆਟਰ ਤੇ ਹਮਲਾ ਹੁੰਦਾ, ਇੰਟੈਲੀਜੈਂਸ ਦਾ ਕੰਮ ਹੁੰਦਾ ਕਿ ਸਰਕਾਰ ਨੂੰ ਜਾਂ ਲੋਕਾਂ ਬਾਰੇ ਦੱਸਣਾ ਕਿਸ ਚੀਜ਼ ਦਾ ਖਤਰਾ, ਕਿਸ ਨੂੰ ਖਤਰਾ, ਪਰ ਉਸ ਤੇ ਅਟੈਕ ਹੋ ਜਾਂਦਾ, ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਇਹ ਇੰਟੈਲੀਜੈਂਸ ਫੇਲਰ ਨਹੀਂ ਮੰਨੋਗੇ ਤੁਸੀਂ? ਦੇਖੋ ਜੀ, ਮੈਂ ਇਹਨੂੰ ਇਸ ਤਰੀਕੇ ਨਾਲ ਵੇਖਦਾ ਕਿ ਇਹ ਜਦ ਕੋਈ ਬਹੁਤ ਸਾਰੀ ਗੱਲਾਂ ਜਿਹੜੀਆਂ ਕੌਨਫੀਡੈਂਸ਼ੀਅਲ ਨੇਚਰ ਦੀ ਮੈਂ ਓਪਨਲੀ ਨਹੀਂ ਕਰ ਸਕਦਾ, ਪਰ ਸਾਡਾ ਰਿਐਕਸ਼ਨ ਬਿਲਕੁਲ ਚੁਸਤ ਸੀਗਾ ਜੀ। ਅਸੀਂ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਇਨਵੋਲਵਡ, ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਗ੍ਰਿਫਤਾਰੀਆਂ ਕੀਤੀ, ਤੇ ਉਹ ਇਨਵੈਸਟੀਗੇਸ਼ਨ ਬਿਲਕੁਲ ਸਹੀ ਟਰੈਕ ਤੇ ਹੈ ਜੀ। ਤੇ ਅਸੀਂ ਛੇਤੀ ਤੋਂ ਉਹ ਕੇਸ ਸਾਡਾ ਸੋਲਵ ਹੋ ਗਿਆ ਹੈ ਤੇ ਪਰਪੈਟਰੇਟਰਸ ਆਈਡੈਂਟੀਫਾਈਡ ਹੋ ਗਏ, ਅਰੈਸਟ ਵੀ ਹੋਈਆਂ। ਸੋ ਵੀ ਆਰ ਵਰਕਿੰਗ ਆਊਟ ਦੈਟ ਕੇਸ। ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਕੰਮ ਕਰ ਰਹੀ ਹੈ, ਬਾਕੀ ਸਟੇਟਸ ਦੀਆਂ ਪੁਲਿਸ ਵੀ ਕੰਮ ਕਰ ਰਹੀਆਂ, ਪਰ ਲੋਕਾਂ ਦੀਆਂ ਨਜ਼ਰਾਂ ਜ਼ਿਆਦਾ ਪੰਜਾਬ ਪੁਲਿਸ ਤੇ ਆ। ਉਹਨਾਂ ਦੇ ਫਾਦਰ ਨੇ ਵੀ ਕੱਲ੍ਹ ਪਰਸੋਂ ਇੱਕ ਬਿਆਨ ਦਿੱਤਾ ਸੀਗਾ ਕਿ ਉਹਨਾਂ ਨੂੰ ਕਾਫੀ ਪਹਿਲਾਂ ਤੋਂ ਥ੍ਰੈਟ ਕਾਲਸ ਆ ਰਹੀਆਂ ਸੀ, ਉਹਨਾਂ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਤੇ ਇੱਕ ਪੈਰਲਰ ਸਰਕਾਰ ਚਲਾ ਰਹੇ ਨੇ ਗੈਂਗਸਟਰ ਪੰਜਾਬ ਦੇ ਵਿੱਚ। ਦੇਖੋ ਜੀ, ਆਹੀ CM ਸਾਹਿਬ ਨੇ ਪੰਜਾਬ ਪੁਲਿਸ ਨੂੰ ਟਾਸਕ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਸ ਨੂੰ ਬਿਲਕੁਲ ਖਤਮ ਕੀਤਾ ਜਾਵੇ, ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਹੋਵੇ, ਆਮ ਲੋਕ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਣ। ਤਾਂ ਇਸ ਲਈ ਅਸੀਂ ਪੂਰੇ ਉਪਰਾਲੇ ਕਰਾਂਗੇ ਤੇ ਮੈਂ ਅਸ਼ੋਰ ਕਰਦਾ ਤੁਹਾਡੇ ਵਿਊਅਰਸ ਨੂੰ, ਸਾਰੇ ਪੰਜਾਬੀਆਂ ਨੂੰ, ਕਿ ਤੁਸੀਂ ਵੇਖੋਗੇ ਕਿ ਪੰਜਾਬ ਪੁਲਿਸ ਕਿਵੇਂ ਇਸ ਤੇ ਨੱਥ ਪਾਉਂਦੀ ਹੈ ਜੀ। ਪੰਜਾਬ ਦੇ ਵਿੱਚ ਯਾਦਵ ਸਾਹਿਬ ਪਿਛਲੇ ਸਮੇਂ ਦੌਰਾਨ ਨਸ਼ਿਆਂ ਦਾ ਜਿਹੜਾ ਕਹਿੰਦੇ ਆ ਕਿ ਇੱਕ ਦਰਿਆ ਹੀ ਵਗ ਗਿਆ, ਬੱਚਿਆਂ ਵੱਲੋਂ ਓਵਰਡੋਜ਼ ਲੈ ਕੇ ਉਹਨਾਂ ਦੀ ਡੈਥ ਹੋ ਜਾਣੀ ਆਮ ਖਬਰਾਂ ਹੋ ਗਈਆਂ ਹੈ। ਕਿਸ ਤਰ੍ਹਾਂ ਯੂਥ ਨੂੰ ਇਹਦੇ ਵਿੱਚੋਂ ਕੱਢੇਗੀ? ਕਿਉਂਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਰੋਲ ਹੁੰਦਾ, ਨਸ਼ੇ ਨਹੀਂ ਆਉਣਗੇ ਪੰਜਾਬ ਦੇ ਵਿੱਚ ਤਾਂ ਯੂਥ ਸੇਫ ਰਹੇਗਾ। ਪੇਰੈਂਟਸ ਦਾ ਇਹ ਮੰਨਣਾ ਕਿ ਹੁਣ ਬੱਚਿਆਂ ਨੂੰ ਬਾਹਰ ਭੇਜ ਦਿਓ ਕਿ ਇੱਥੇ ਨਸ਼ਿਆਂ 'ਚ ਨਾ ਫਸ ਜਾਣ, ਕਿਸੇ ਹੋਰ ਐਵੇਂ ਦੀ ਸੰਗਤ 'ਚ ਨਾ ਪੈ ਜਾਣ। ਕਿਸ ਤਰ੍ਹਾਂ ਪੰਜਾਬ ਪੁਲਿਸ ਟੈਕਲ? ਦੇਖੋ ਜੀ, ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਹੈ ਡਰੱਗਸ ਨੂੰ ਟੈਕਲ ਕਰਨ ਲਈ, ਜਿਹਨੂੰ ਆਪਾਂ ਕਹਿੰਦੇ ਆ ਕਿ ਡਿਮਾਂਡ ਤੇ ਸਪਲਾਈ ਦੋਵਾਂ ਤੇ ਵਰਕ ਕਰਨਾ ਹੈ। ਜਿਹੜੇ ਕੰਜ਼ਿਊਮਰਸ ਹੈ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ, ਤੇ ਇਹਦੇ 'ਚ ਹੈਲਥ ਡਿਪਾਰਟਮੈਂਟ, ਪੁਲਿਸ, STF ਦਾ ਬਹੁਤ ਵੱਡਾ ਰੋਲ ਹੈ ਕੋਆਰਡੀਨੇਸ਼ਨ ਦੇ ਵਿੱਚ, ਤੇ ਉਹ ਸਰਕਾਰ ਦੇ ਸਾਰੇ ਮਹਿਕਮੇ ਮਿਲ ਕੇ, ਕਿਉਂਕਿ ਇਹ CM ਸਾਹਿਬ ਦੀ ਟੌਪ ਪ੍ਰਾਇਰਟੀ ਹੈ ਜੀ ਡਰੱਗਸ ਤੇ ਕੰਟਰੋਲ ਕਰਨਾ। ਸੋ ਇਹ ਸਾਰੇ ਮਹਿਕਮੇ ਜਿਹੜੇ ਹੈਗੇ, ਜਿਵੇਂ ਓਟ ਕਲੀਨਿਕਸ ਦੇ ਨੰਬਰਸ ਵਧਾਏ ਜਾ ਰਹੇ ਹੈਗੇ, ਸੋ ਦੈਟ ਜਿਹੜੇ ਪੇਸ਼ੈਂਟਸ ਹੈਗੇ ਆਊਟ ਪੇਸ਼ੈਂਟਸ ਨੂੰ ਪ੍ਰੋਪਰਲੀ ਟ੍ਰੀਟ ਕੀਤਾ ਜਾ ਸਕੇ। ਸੋ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹੈਗੇ। ਸਾਡਾ ਫੋਕਸ ਐਜ਼ ਪੰਜਾਬ ਪੁਲਿਸ, ਸਾਡਾ ਫੋਕਸ ਐਨਫੋਰਸਮੈਂਟ ਤੇ ਜ਼ਿਆਦਾ ਹੈ ਕਿ ਡਰੱਗ ਦੀ ਸਪਲਾਈ ਨੂੰ ਰੋਕਿਆ ਜਾਵੇ ਤੇ ਜਿਹੜੀ ਫਾਰਵਰਡ ਲਿੰਕੇਜ ਹੈ ਉਹਨੂੰ ਸਮੈਸ਼ ਕੀਤਾ ਜਾਵੇ ਜੀ। ਤੇ ਅਸੀਂ ਐਨਫੋਰਸਮੈਂਟ ਤੇ ਸਾਡੇ ਸਾਰੇ SSP, ਸਾਰੇ ਕਮਿਸ਼ਨਰ ਇਹ ਜੀ ਜਾਨ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਡਰੱਗ ਫ੍ਰੀ ਪੰਜਾਬ ਦਾਂਗੇ ਜੀ। ਇਸ ਪੰਜਾਬ ਨੂੰ ਅਸੀਂ ਟੋਟਲੀ ਡਰੱਗਸ ਤੋਂ ਫ੍ਰੀ ਕਰਾਂਗੇ ਜੀ। ਆਜ਼ਾਦ ਸਾਹਿਬ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਦਾ ਵੱਡਾ ਫੋਕਸ ਕਰਪਸ਼ਨ ਦੇ ਉੱਤੇ ਰਿਹਾ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ, ਉਹਨਾਂ ਦਾ ਖੁਦ ਦਾ ਮੰਤਰੀ ਡਾਕਟਰ ਵਿਜੇ ਸਿੰਗਲਾ, ਉਹਨਾਂ ਨੂੰ ਵੀ ਕਰਪਸ਼ਨ ਦੇ ਚਾਰਜ 'ਚ ਉਹਨਾਂ ਨੇ ਬਰਖਾਸਤ ਕੀਤਾ। ਤੇ ਪਿਛਲੇ ਸਮੇਂ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ, ਸੀਨੀਅਰ ਆਫੀਸਰ ਪੁਲਿਸ ਦੇ ਵੀ ਮੰਨਦੇ ਰਹੇ ਆ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਕੁਝ, ਚਾਹੇ ਉਹ ਡਰੱਗਸ ਦੇ ਨਾਲ ਇਨਵੋਲਵਮੈਂਟ ਰਹੀ ਆ, ਚਾਹੇ ਮਨੀ ਮੈਟਰ ਰਿਹਾ, ਕਰਪਸ਼ਨ ਰਿਹਾ। ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਕਰੋਗੇ, ਕਿਸ ਤਰ੍ਹਾਂ ਦੇਖੋ ਕਰਪਸ਼ਨ ਨੂੰ ਕਿੱਦਾਂ ਖਤਮ ਕਰੋਗੇ ਪੁਲਿਸ ਡਿਪਾਰਟਮੈਂਟ ਦੇ ਵਿੱਚ? ਮੈਂ ਤੁਹਾਡੇ ਥਰੂ ਇੱਕ ਬੜਾ ਕਲੀਅਰ ਤੇ ਸਖਤ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਕਰਪਸ਼ਨ ਇਨ ਐਨੀ ਫਾਰਮ ਵਿਲ ਨਾਟ ਬੀ ਟੋਲਰੇਟਡ।
ਅਸੀਂ ਸਖਤ ਤੋਂ ਸਖਤ ਐਕਸ਼ਨ ਲਾਂਗੇ ਜੇ ਕੋਈ ਸਾਡਾ ਪੁਲਿਸ ਅਫਸਰ ਕਰਪਸ਼ਨ ਵਿੱਚ ਇਨਵੋਲਵ ਪਾਇਆ ਗਿਆ ਜੀ। ਕ੍ਰਿਮੀਨਲ ਐਕਸ਼ਨ ਲਿਆ ਜਾਊਗਾ। ਜੇ ਕਿਸੇ ਨੂੰ ਰੈੱਡ ਹੈਂਡਡ ਫੜਿਆ ਜਾਂਦਾ ਹੈ, ਕਰਪਸ਼ਨ ਹੈਲਪਲਾਈਨ ਹੈਗੀ, ਉਸ ਤੇ ਜੇ ਕੰਪਲੇਂਟ ਆਉਂਦੀ ਹੈ ਫੌਰੀ ਤੌਰ ਤੇ ਐਕਸ਼ਨ ਹੋਊਗਾ ਜੀ। ਸੋ ਅਸੀਂ ਬਿਲਕੁਲ ਇਸ ਦੇ ਵਿੱਚ 1% ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਕਰਪਟ ਵਿਲ ਨਾਟ ਬੀ ਸਪੇਅਰਡ। ਪੰਜਾਬ ਪੁਲਿਸ ਤੋਂ ਲੋਕ ਇੱਕ ਖੌਫ ਹੈ ਪੰਜਾਬ ਪੁਲਿਸ ਦਾ, ਲੋਕਾਂ ਦੇ ਮਨਾਂ 'ਚ ਡਰ ਰਹਿੰਦਾ ਕਿ ਜੇ ਮੈਂ ਕੰਪਲੇਂਟ ਕਰਨ ਵੀ ਥਾਣੇ ਗਿਆ ਸ਼ਾਇਦ ਮੇਰੇ ਤੋਂ ਹੀ ਕੁਛ ਐਵੇਂ ਦਾ ਪੁੱਛਗਿੱਛ ਨਾ ਹੋ ਜੇ, ਕੋਈ ਮੇਰੇ ਖਿਲਾਫ ਕਾਰਵਾਈ ਨਾ ਹੋ ਜੇ। ਇੱਕ ਮਾਹੌਲ ਐਵੇਂ ਦਾ ਸਿਰਜਣਾ ਚਾਹੀਦਾ ਹੈ ਕਿ ਲੋਕ ਬੇਖੌਫ ਬੇਡਰ ਪੰਜਾਬ ਪੁਲਿਸ ਨੂੰ ਆਪਣਾ ਦੋਸਤ ਸਮਝ ਕੇ ਆਪਣਾ ਦੁੱਖ ਦੱਸਣ, ਆਪਣੀ ਤਕਲੀਫ ਦੱਸਣ। ਕਿਸ ਤਰ੍ਹਾਂ ਮੈਸੇਜ ਦਿਓਗੇ ਨੀਚੇ ਤੱਕ ਕਿ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ? ਮੈਂ ਸਮਝਦਾ ਕਿ ਆਈਡੀਅਲ ਪੁਲਿਸਿੰਗ ਹੁੰਦੀ ਹੈ ਕਿ ਜਿਹੜਾ ਮਾੜਾ ਅਨਸਰ ਹੈ, ਬਦਮਾਸ਼ ਹੈ, ਉਸ ਨੂੰ ਪੁਲਿਸ ਤੋਂ ਡਰਨਾ ਚਾਹੀਦਾ। ਜਿਹੜਾ ਸ਼ਰੀਫ ਸਿਟੀਜ਼ਨ ਹੈ, ਲਾਅ ਅਬਾਈਡਿੰਗ ਹੈ, ਉਹ ਪੁਲਿਸ ਨੂੰ ਆਪਣਾ ਫਰੈਂਡ ਸਮਝੇ। ਸੋ ਇਸ ਜਿਵੇਂ ਅਸੀਂ ਕਮਿਊਨਿਟੀ ਪੁਲਿਸਿੰਗ ਸਕੀਮਸ ਸ਼ੁਰੂ ਕੀਤੀਆਂ ਹੈ, ਜਿਹੜੇ ਸਾਡੇ ਸਾਂਝ ਕੇਂਦਰ ਹੈਗੇ ਉਹ ਕਾਫੀ ਪੁਲਿਸ ਸਰਵਿਸਿਜ਼ ਲੋਕਾਂ ਨੂੰ ਦੇ ਰਹੇ ਹੈਗੇ। ਲੋਕਾਂ ਨਾਲ ਜਿਹੜਾ ਫਰਕ ਹੈਗਾ, ਜਿਵੇਂ ਯੂਥ ਕਲੱਬਸ ਬਣਾ ਕੇ, ਰੂਰਲ ਸਪੋਰਟਸ ਦੇ ਵਿੱਚ ਪੁਲਿਸ ਨੂੰ ਇਨਵੋਲਵ ਕਰਕੇ, ਪਬਲਿਕ ਮੀਟਿੰਗਸ ਕਰਕੇ, ਗ੍ਰੀਵੈਂਸ ਰਿਡਰਸਲ ਕੈਂਪਸ ਲਗਾ ਕੇ, ਇਸ ਤਰ੍ਹਾਂ ਦੇ ਬਹੁਤ ਸਾਰੇ ਪੀਪਲ ਫਰੈਂਡਲੀ ਇਨੀਸ਼ੀਏਟਿਵਸ ਨੂੰ ਅਸੀਂ ਅੰਜਾਮ ਦਾਂਗੇ ਸੋ ਦੈਟ ਜਿਹੜਾ ਇੱਕ ਫਰਕ ਹੈਗਾ ਪੁਲਿਸ ਤੇ ਪਬਲਿਕ ਦਾ ਉਹ ਬਿਲਕੁਲ ਨਾ ਰਵੇ ਤੇ ਪਬਲਿਕ ਪੁਲਿਸ ਨੂੰ ਆਪਣਾ ਫਰੈਂਡ ਸਮਝੇ। ਪੰਜਾਬ ਦੇ ਵਿੱਚ ਗੈਰ ਸਮਾਜਿਕ ਅੰਸਰ ਜ਼ਿਆਦਾ ਸਰਗਰਮ ਹੋ ਗਏ ਨੇ। ਬੀਇੰਗ ਅ ਡੀਜੀਪੀ ਤੁਸੀਂ ਹੁਣੇ ਕਮਾਨ ਸੰਭਾਲੀ ਹੈ ਪੰਜਾਬ ਪੁਲਿਸ ਦੀ, ਇੱਕ ਕੀ ਸਖਤ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਤੱਕ ਇੱਕ ਡਰ ਵਾਲਾ ਇੱਕ ਮਾਹੌਲ ਬਣੇ, ਉਹਨਾਂ ਤੱਕ, ਆਮ ਲੋਕਾਂ ਤੱਕ ਨਹੀਂ, ਉਹਨਾਂ ਲੋਕਾਂ ਤੱਕ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ? ਗੈਰ ਸਮਾਜਿਕ ਤੱਤਾਂ ਨੂੰ ਤਾਂ ਮੈਂ ਇਹੀ ਕਹਿਣਾ ਕਿ ਤੁਸੀਂ ਪੰਜਾਬ ਛੱਡ ਦਿਓ ਜੀ ਹੁਣ, ਤੇ ਪੰਜਾਬ ਕਿਸੇ ਦੂਜੀ ਸਟੇਟ ਚਲ ਜਾਓ ਜੀ, ਇੱਥੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਯਾ ਸਾਹਿਬ, ਪਿਛਲੇ ਸਮੇਂ ਦੌਰਾਨ ਇਹ ਸਾਹਮਣੇ ਆਇਆ ਕਿ ਜਿਹੜੇ ਗੈਂਗਸਟਰ ਹੈ ਉਹ ਇੰਨੇ ਬੇਖੌਫ ਹੋ ਗਏ ਆ ਕਿ ਕਿਸੇ ਨੂੰ ਵੀ ਕਾਲ ਕਰਕੇ ਫਰੌਤੀ ਮੰਗਦੇ ਆ, ਡਾਕਟਰ ਹੋਵੇ, ਪੋਲੀਟੀਸ਼ੀਅਨ ਹੋਵੇ, ਕੋਈ ਆਮ ਬੰਦਾ ਹੋਵੇ। ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸੇ ਨੂੰ ਵੀ ਫੋਨ ਚਲਾ ਜਾਣਾ, ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਆ ਕਿ ਕਿਸੇ ਤੋਂ ਫਰੌਤੀ ਮੰਗ ਰਹੇ ਆ, ਤੇ ਕਈਆਂ ਨੇ ਦੇ ਵੀ ਦਿੱਤੇ ਪੈਸੇ ਡਰ ਦੇ ਵਿੱਚ ਆ ਕੇ, ਪੁਲਿਸ ਨੂੰ ਕੰਟੈਕਟ ਤੱਕ ਨਹੀਂ ਕਰਦੇ। ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ 99% ਐਕਸਟੋਰਸ਼ਨ ਕਾਲਸ ਫੇਕ ਹੈਗੀਆਂ ਜੀ। ਜਿੱਥੇ ਜਿੱਥੇ ਸਾਨੂੰ ਲੋਕਾਂ ਨੇ ਰਿਪੋਰਟ ਕੀਤਾ ਹੈ, ਅਸੀਂ ਇਨ ਕਾਲਾਂ ਨੂੰ ਟਰੈਕ ਕੀਤਾ ਹੈ ਤੇ ਸਿਰੇ ਤੱਕ ਪਹੁੰਚੇ ਤੇ ਉਹ ਲੋਕਲ, ਤੁਹਾਡਾ ਕੋਈ ਲੋਕਲ ਬੰਦਾ ਹੁੰਦਾ ਹੈ ਜੀ। ਸੋ ਮੇਰੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਤੁਸੀਂ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰੋ ਜੀ, ਅਸੀਂ ਉਹਨੂੰ ਟਰੈਕ ਕਰਾਂਗੇ। ਅੱਜ ਕੱਲ੍ਹ ਲੋਕੀ ਫੇਕ ਜਿਹੜੇ VOIP ਕਾਲਾਂ ਕਰਕੇ ਤੁਹਾਡੇ ਕੋਲ ਬੈਠੇ ਹੁੰਦੇ ਆ, ਲੱਗਦਾ ਪਾਕਿਸਤਾਨ ਤੋਂ ਕਾਲ ਆ ਗਈ ਜਾਂ ਗੋਲਡੀ ਇਹ ਤੇ ਪਤਾ ਨਹੀਂ ਕਿੰਨੇ ਗੋਲਡੀ ਬਰਾੜ ਬਣ ਕੇ ਕਰੀ ਜਾਂਦੇ, ਵੀ ਤੁਸੀਂ ਡਰਨ ਦੀ ਲੋੜ ਨਹੀਂ ਹੈ, ਪੁਲਿਸ ਤੁਹਾਡੇ ਨਾਲ ਹੈ। ਅਸੀਂ ਹਰ ਕਾਲ ਨੂੰ ਟਰੈਕ ਕਰਾਂਗੇ, ਟਰੇਸ ਕਰਾਂਗੇ, ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਜੀ। ਤੇ ਅਸੀਂ ਵੈਰੀਫਿਕੇਸ਼ਨ ਕੀਤੀ ਹੈ, ਗੈਂਗਸਟਰਸ ਨਾਲ ਗੱਲਬਾਤ ਕੀਤੀ, ਇੰਟਰੋਗੇਟ ਕੀਤਾ ਹੈ। ਉਹ ਕਹਿੰਦੇ ਵੀ 1% ਵੀ ਕਾਲਾਂ ਗੈਂਗਸਟਰਸ ਵੱਲੋਂ ਨਹੀਂ ਹੈ ਜੀ, ਇਹ ਸਿਰਫ ਲੋਕਲ ਲੈਵਲ ਤੇ ਐਕਸਪਲੋਇਟ ਕੀਤਾ ਜਾ ਰਿਹਾ ਜੀ। ਬਿਲਕੁਲ ਇਸ ਤਰ੍ਹਾਂ ਦੀ ਕਾਲਾਂ ਨੂੰ ਪੁਲਿਸ ਨੂੰ ਰਿਪੋਰਟ ਕਰੋ ਜੀ, ਵੀ ਵਿਲ ਟੇਕ ਸਟ੍ਰਿਕਟ ਐਕਸ਼ਨ। ਠੀਕ ਹੈ ਜੱਜ ਸਾਹਿਬ, ਜੀ TV ਤੇ ਤੁਸੀਂ ਕਾਫੀ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ, ਕਰਪਸ਼ਨ ਤੇ, ਗੈਂਗਸਟਰ ਹੈ, ਡਰੱਗਸ ਤੇ। ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਸਾਡੇ ਨਾਲ ਸੀ DGP ਸ਼੍ਰੀ ਗੌਰਵ ਯਾਦਵ ਜੀ, ਜਿਨ੍ਹਾਂ ਕਿ ਲੋਕਾਂ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਕਿ ਪੰਜਾਬ ਹੁਣ ਸੁਰੱਖਿਅਤ ਹੱਥਾਂ ਵਿੱਚ ਹੈ ਤੇ ਗੈਂਗਸਟਰ ਅਤੇ ਨਸ਼ਿਆਂ ਦਾ ਕੰਮ ਕਰਨ ਵਾਲੇ, ਉਹਨਾਂ ਨੂੰ ਵੀ ਇੱਕ ਸਖਤ ਮੈਸੇਜ ਦਿੱਤਾ ਕਿ ਪੰਜਾਬ ਛੱਡ ਜਾਓ। ਇਸ ਨੂੰ ਕਿਸ ਤਰ੍ਹਾਂ ਉਹ ਸਾਬਿਤ ਕਰਨਗੇ ਤੇ ਕਿਸ ਤਰ੍ਹਾਂ ਇਸ ਰਣਨੀਤੀ ਨੂੰ ਤਿਆਰ ਕਰਕੇ ਇਹਨੂੰ ਲਾਗੂ ਕਰਨਗੇ, ਆਉਣ ਵਾਲਾ ਸਮੇਂ ਦੱਸੇਗਾ। ਫਿਲਹਾਲ ਅਸੀਂ ਲੈਂਦੇ ਹਾਂ ਇਜਾਜ਼ਤ। ਮੈਂ ਵਿਕਰਮਜੀਤ ਮਾਨ, ਸੁਰਿੰਦਰ ਸਿੰਘ ਦੇ ਨਾਲ, ਅਜੀਤ TV ਚੰਡੀਗੜ੍ਹ। ਯਾਦਵ ਸਾਹਿਬ, ਜਿਸ ਤਰ੍ਹਾਂ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲਾ ਹੁੰਦਾ, ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਇਹ ਇੰਟੈਲੀਜੈਂਸ ਫੇਲਰ ਨਹੀਂ ਮੰਨੋਗੇ ਤੁਸੀਂ? ਸਾਡਾ ਰਿਐਕਸ਼ਨ ਬਿਲਕੁਲ ਚੁਸਤ ਸੀਗਾ ਜੀ। ਅਸੀਂ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਇਨਵੋਲਵਡ, ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਗ੍ਰਿਫਤਾਰੀਆਂ ਕੀਤੀ ਤੇ ਉਹ ਇਨਵੈਸਟੀਗੇਸ਼ਨ ਬਿਲਕੁਲ ਸਹੀ ਟਰੈਕ ਤੇ ਹੈ ਜੀ। ਜਿਸ ਤਰ੍ਹਾਂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਹਥਿਆਰ, ਰਸ਼ੀਅਨ ਵੈਪਨ ਵਰਤੇ ਗਏ, ਇਹ ਪੰਜਾਬ ਦੇ ਵਿੱਚ ਆ ਕਿਸ ਤਰ੍ਹਾਂ ਰਹੀ ਹੈ? ਇਹ ਜਿਹੜਾ ਟ੍ਰੈਂਡ ਦੇਖੇ ਗਏ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਮਗਲਿੰਗ ਹੁੰਦੀ ਹੈ। ਸਾਡਾ ਦਿੱਲੀ ਪੁਲਿਸ ਨਾਲ ਅੱਛਾ ਤਾਲਮੇਲ ਹੈ, ਦੂਜੀ ਪੁਲਿਸ ਫੋਰਸਿਸ ਨਾਲ, ਸੈਂਟਰਲ ਏਜੰਸੀਜ਼ ਨਾਲ, ਤੇ ਸਾਰਿਆਂ ਦੇ ਤਾਲਮੇਲ ਨਾਲ, ਇਨਫੋਰਮੇਸ਼ਨ ਸ਼ੇਅਰਿੰਗ ਨਾਲ ਅਸੀਂ ਇਸ ਤੇ ਨੱਥ ਪਾਵਾਂਗੇ ਜੀ। ਇੱਕ ਕੀ ਸਖਤ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਤੱਕ ਇੱਕ ਡਰ ਵਾਲਾ ਇੱਕ ਮਾਹੌਲ ਬਣੇ, ਉਹਨਾਂ ਤੱਕ, ਆਮ ਲੋਕਾਂ ਤੱਕ ਨਹੀਂ, ਉਹਨਾਂ ਲੋਕਾਂ ਤੱਕ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ? ਗੈਰ ਸਮਾਜਿਕ ਤੱਤਾਂ ਨੂੰ ਤਾਂ ਮੈਂ ਇਹੀ ਕਹਿਣਾ ਕਿ ਤੁਸੀਂ ਪੰਜਾਬ ਛੱਡ ਦਿਓ ਜੀ ਹੁਣ, ਤੇ ਪੰਜਾਬ ਕਿਸੇ ਦੂਜੀ ਸਟੇਟ ਚਲ ਜਾਓ ਜੀ, ਇੱਥੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ TV। ਮੈਂ ਤੁਹਾਡਾ ਹੋਸਟ ਤੇ ਦੋਸਤ ਵਿਕਰਮਜੀਤ ਮਾਨ। ਅੱਜ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਪੰਜਾਬ ਦੇ ਨਵੇਂ DGP ਸ਼੍ਰੀ ਗੌਰਵ ਯਾਦਵ ਜੀ।
ਯਾਦਵ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ GTV ਤੇ। ਯਾਦਵ ਸਾਹਿਬ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਾਫੀ ਕ੍ਰਿਟੀਕਲ ਬਣੀ ਹੋਈ ਹੈ, ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ, ਲੋਕਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ। ਸਭ ਤੋਂ ਜਿਹੜਾ ਪਹਿਲਾ ਕੰਮ ਤੁਸੀਂ ਬੀਇੰਗ ਅ DGP ਤੁਸੀਂ ਕੀ ਮੰਨਦੇ ਹੋ ਕਿ ਐਸਾ ਕਰੋਗੇ ਕਿ ਲੋਕਾਂ ਦੇ ਮਨ 'ਚੋਂ ਜਿਹੜਾ ਇੱਕ ਡਰ ਹੈ ਉਹਨਾਂ ਨੂੰ ਸੇਫਟੀ ਮਹਿਸੂਸ ਹੋਵੇ ਕਿ ਅਸੀਂ ਸੁਰੱਖਿਅਤ ਹੱਥਾਂ ਦੇ ਵਿੱਚ? ਦੇਖੋ ਜੀ, ਮੈਂ ਤੇ ਸ਼ੁਰੂ ਕਰਤਾ ਜੀ, ਮੈਂ ਚਾਰਜ ਲਿਆ ਸੀਗਾ ਤੇ ਸਭ ਤੋਂ ਪਹਿਲੇ ਮੈਂ ਜਾ ਕੇ ਆਪ ਜਿਹੜਾ ਮੂਸੇਵਾਲੇ ਕਤਲ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਨਾਲ ਪੁੱਛਗਿੱਛ ਕੀਤੀ ਜੀ, ਤੇ ਇਨਵੈਸਟੀਗੇਸ਼ਨ ਨੂੰ ਉਹਨਾਂ ਨਾਲ ਗੱਲਬਾਤ ਕੀਤੀ, ਅੱਗੇ ਵਧਾ ਰਹੇ ਹੈਗੇ। ਇੱਕ ਹੋਰ ਬਦਮਾਸ਼ ਹੈਗਾ ਜਿਹੜਾ ਜੱਗੂ ਭਗਵਾਨਪੁਰੀਆ, ਉਹਨੂੰ ਵੀ ਰਿਮਾਂਡ ਤੇ ਲਿਆਂਦਾ ਹੈ ਦਿੱਲੀ ਤੋਂ ਜੀ। ਜਿਹੜੇ ਸ਼ੂਟਰਸ ਦਿੱਲੀ ਪੁਲਿਸ ਖੜੇ ਸੀ ਉਹਨਾਂ ਨੂੰ ਲਿਆਂਦਾ ਹੈ ਜੀ ਰਿਮਾਂਡ ਤੇ ਅਸੀਂ ਇਹ ਡਰ ਦਾ ਮਾਹੌਲ ਖਤਮ ਕਰ ਦੇਣਾ ਜੀ। ਪੰਜਾਬ ਦੇ ਵਿੱਚ ਅਸੀਂ ਗੈਂਗਸਟਰਵਾਦ ਨੂੰ ਬਿਲਕੁਲ ਨਹੀਂ ਪਨਪਣ ਦੇਣਾ ਜੀ। ਤੇ ਨਾਲ ਹੀ ਮੈਂ ਪੁਲਿਸ ਸਟੇਸ਼ਨਸ ਵੀ ਚੈੱਕ ਕੀਤੇ ਸੀ, ਵਿਜ਼ਿਟ ਕੀਤੇ ਸੀ ਕਿ ਬੇਸਿਕ ਪੁਲਿਸਿੰਗ ਤੇ ਸਾਡਾ ਫੋਕਸ ਹੈਗਾ। ਜਿਹੜਾ ਪੁਲਿਸ ਦਾ ਕੰਮ ਹੈ ਅਸੀਂ ਉਸ ਕੰਮ ਨੂੰ ਠੋਸ ਤਰੀਕੇ ਨਾਲ ਕਰਾਂਗੇ ਤੇ ਅਮਨ ਤੇ ਕਾਨੂੰਨ ਤੇ ਪੂਰਾ ਧਿਆਨ ਦਿੱਤਾ ਜਾਊਗਾ ਜੀ, ਤੇ ਤੁਸੀਂ ਵਿਜ਼ੀਬਲ ਚੇਂਜ ਮਹਿਸੂਸ ਕਰੋਗੇ। ਇਸ ਨੂੰ ਲੈ ਕੇ ਤੁਹਾਡੀ ਕੋਈ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੈ SSP ਲੈਵਲ ਤੇ ਜਾਂ ਕਮਿਸ਼ਨਰ ਲੈਵਲ ਤੇ ਕੋਈ ਮੈਸੇਜ ਦਿੱਤੇ ਗਏ ਨੇ ਕਿ ਕਿਸ ਤਰ੍ਹਾਂ ਹੁਣ ਰਣਨੀਤੀ ਬਣਾਉਣੀ ਹੈ, ਚਾਹੇ ਗੈਂਗਸਟਰ ਹੈ ਚਾਹੇ ਹੋਰ ਕੋਈ ਕ੍ਰਾਈਮ ਹੈ, ਉਹਨਾਂ ਟੈਕਲ ਕਰਨ ਲਈ? CM ਸਾਹਿਬ ਦੀ ਹਦਾਇਤਾਂ ਹੈਗੀਆਂ ਕਿ ਦੋਵੇਂ ਚੀਜ਼ਾਂ ਜੀ, ਡਰੱਗਸ ਤੇ ਗੈਂਗਸਟਰਸ ਨੂੰ ਟੌਪ ਪ੍ਰਾਇੋਰਟੀ ਦਿੱਤੀ ਜਾਵੇ। ਤੇ CM ਸਾਹਿਬ ਨੇ ਆਪ ਛੋਟੇ ਗਰੁੱਪਸ ਦੇ ਵਿੱਚ SSPs ਨਾਲ ਮੀਟਿੰਗਾਂ ਕੀਤੀਆਂ ਜੀ, ਤਕਰੀਬਨ ਮੀਟਿੰਗਾਂ ਕੰਪਲੀਟ ਹੋ ਗਈਆਂ ਜੀ, ਤੇ ਉਸ ਦੇ ਵਿੱਚ ਬੜੇ ਵਿਸਤਾਰਪੂਰਵਕ SSPs ਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਵੇਂ ਡਰੱਗਸ ਤੇ ਗੈਂਗਸਟਰਸ ਤੇ ਕੰਟਰੋਲ ਕਰਨਾ ਹੈ ਜੀ। ਸੋ ਜਿਹੜੇ ਬੰਦੇ ਕੰਜ਼ਿਊਮਰ ਹੈਗੇ, ਡਰੱਗਸ ਛੋਟੀ ਮਾਤਰਾ ਦੇ ਵਿੱਚ ਲੈਂਦੇ ਆ, ਉਹਨਾਂ ਨੂੰ ਅਸੀਂ ਟਾਰਗੇਟ ਨਹੀਂ ਕਰਾਂਗੇ। ਉਹਨਾਂ ਲਈ ਉਹਨਾਂ ਨੂੰ ਐਜ਼ ਅ ਵਿਕਟਿਮ ਟਰੀਟ ਕਰਕੇ ਉਹਨਾਂ ਦਾ ਇਲਾਜ ਜਾਂ ਉਹਨਾਂ ਨੂੰ ਬੈਕ ਇਨਟੂ ਮੇਨ ਸਟ੍ਰੀਮ ਕਰਾਇਆ ਜਾਊਗਾ। ਤੇ ਜਿਹੜੇ ਪੈਡਲਰਸ ਹੈਗੇ, ਸਪਲਾਇਰਸ ਹੈਗੇ, ਵੱਡੇ ਸਪਲਾਇਰਸ ਜਿਹੜੇ ਕਹਿ ਲਓ ਫਾਰਵਰਡ ਚੇਨ ਤੇ ਬੈਕਵਰਡ ਚੇਨ ਜਿਹੜੀ ਹੁੰਦੀ ਹੈ, ਇਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਊਗਾ, ਰਿਕਵਰੀ ਕੀਤੀ ਜਾਊਗੀ। ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਤੇ ਜ਼ਿਆਦਾ ਫੋਕਸ ਹੋਊਗਾ। ਸੋ ਡਰੱਗਸ ਪੰਜਾਬ ਸਰਕਾਰ ਦੀ, CM ਸਾਹਿਬ ਦੀ ਟੌਪ ਪ੍ਰਾਇੋਰਟੀ ਹੈ। ਨਾਲ ਹੀ ਨਾਲ ਗੈਂਗਸਟਰਸ ਨੂੰ ਖਤਮ ਕਰਨਾ, ਇੱਕ ਆਰਗੇਨਾਈਜ਼ਡ ਤਰੀਕੇ ਨਾਲ ਜੇਲ੍ਹਾਂ ਨਾਲ ਰਾਬਤਾ ਬਣਾ ਕੇ ਕਿਹੜੇ ਗੈਂਗਸਟਰ ਰਿਲੀਜ਼ ਹੋ ਰਹੇ ਹਨ ਉਹਨਾਂ ਦੀ ਲਿਸਟਾਂ ਅਪਡੇਟ ਕਰਾਂਗੇ, ਇਹਨਾਂ ਨੂੰ ਚੈੱਕ ਕਰਾਂਗੇ, ਇੰਟਰੋਗੇਸ਼ਨਸ ਕਰਕੇ। ਜਿਵੇਂ ਕ੍ਰਾਸ ਕੇਸਿਸ ਦੇ ਵਿੱਚ ਲਿੰਕ ਹੁੰਦੇ ਜੀ, ਇੱਕ ਗੈਂਗਸਟਰ ਹੈ ਉਹਨੇ 8 ਕ੍ਰਾਈਮ ਕੀਤੇ ਤੇ ਉਹ ਸਾਰੀ ਮਿਸਲਾਂ 'ਚ ਉਹਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ, ਉਹਦੀ ਅਰੈਸਟ ਪੈਣੀ ਚਾਹੀਦੀ। ਐਵੀਡੈਂਸ ਜਿਹੜਾ ਹੈਗਾ ਹਾਈ ਕੁਆਲਿਟੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਕਰਾਈ ਜਾਵੇ। ਟਰੈਕਿੰਗ ਕਰਾਂਗੇ। ਇਸੇ ਲਈ CM ਸਾਹਿਬ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ ਜਿਹੜੀ ਕੋਆਰਡੀਨੇਸ਼ਨ ਦਾ ਕੰਮ ਕਰੂਗੀ, ਨਾਲੇ ਜਿਹੜਾ ਹੈਗਾ ਜਿਹੜੇ ਵੱਡੇ ਆਪਰੇਸ਼ਨ ਉਹ ਆਪ ਕਰੂਗੀ। ਤੇ AGTF ਤੇ ਸਾਡੇ ਜਿਹੜੇ ਡਿਸਟ੍ਰਿਕਟ ਦੇ SSP ਤੇ CPs ਹੈਗੇ, ਇਹ ਮਿਲ ਕੇ ਇਕੱਠਾ ਇੱਕ ਵਜੋਂ ਟੀਮ ਵਜੋਂ ਕੰਮ ਕਰਨਗੇ ਜੀ। ਤੇ ਕਾਫੀ ਕੰਮ ਇਸ ਤੇ ਹੋਇਆ ਹੈ ਤੇ ਅਸੀਂ ਇਹਨੂੰ ਸਿਰੇ ਚੜਾਵਾਂਗੇ। ਯਾਦ ਸਾਹਿਬ, ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੁੰਦਾ, ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ 2-3 ਮਹੀਨਿਆਂ ਦੇ ਵਿੱਚ ਹੀ ਕਾਫੀ ਵੱਡੀਆਂ ਘਟਨਾਵਾਂ ਸਾਹਮਣੇ ਆਉਂਦੀਆਂ, ਗੈਂਗਸਟਰ ਸਰਗਰਮ ਹੋ ਜਾਂਦੇ ਆ। ਇੰਟੈਲੀਜੈਂਸ ਹੈੱਡਕੁਆਟਰ ਦੇ ਉੱਤੇ RPG ਦਾ ਹਮਲਾ ਹੁੰਦਾ, ਜਿਹੜਾ ਕਿ ਤੁਹਾਨੂੰ ਵੀ ਜਾਣਕਾਰੀ ਹੋਵੇਗੀ ਕਿ ਇਹ ਉਦੋਂ ਵਰਤਿਆ ਜਾਂਦਾ ਜਦੋਂ ਅਫਗਾਨਿਸਤਾਨ ਦੇ ਯੁੱਧ 'ਚ ਜਦੋਂ ਜਾਂ ਕੋਈ ਟੈਂਕ ਜਿਹੜੇ ਫਾੜਨੇ ਹੋਣ ਉਦੋਂ। ਤੇ ਐਵੇਂ ਦੀ ਜਿਹੜੀ ਸਮੱਗਰੀ ਹੈ, ਜਿਸ ਤਰ੍ਹਾਂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਹਥਿਆਰ ਰਸ਼ੀਅਨ ਵੈਪਨ ਵਰਤੇ ਗਏ, ਇਹ ਪੰਜਾਬ ਦੇ ਵਿੱਚ ਆ ਕਿਸ ਤਰ੍ਹਾਂ ਰਹੀ ਹੈ? ਦੇਖੋ ਜੀ, ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਇਹ ਵੱਡੇ ਕ੍ਰਾਈਮਸ ਨੂੰ ਟੈਕਲ ਕਰਨ ਲਈ। ਸਾਡਾ ਦੂਜੀ ਸਟੇਟਾਂ ਨਾਲ ਕੋਆਰਡੀਨੇਸ਼ਨ ਹੈਗਾ, ਇੰਟਰ ਸਟੇਟ ਬਾਰਡਰ ਤੇ ਸਾਡਾ BSF ਨਾਲ ਕੋਆਰਡੀਨੇਸ਼ਨ ਹੈਗਾ। ਤੇ ਇਹ ਜਿਹੜਾ ਟ੍ਰੈਂਡ ਦੇਖੇ ਗਏ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਮਗਲਿੰਗ ਹੁੰਦੀ ਹੈ। ਇਨਫੈਕਟ ਕੰਟਰੀ ਮੇਡ ਵੈਪਨਸ ਵੀ ਜਿਹੜੇ ਹੈਗੇ ਉਹ ਇਨ ਸਰਕੂਲੇਸ਼ਨ ਹੈਗੇ। ਤੇ ਸਾਡਾ ਦਿੱਲੀ ਪੁਲਿਸ ਨਾਲ ਅੱਛਾ ਤਾਲਮੇਲ ਹੈ, ਦੂਜੀ ਪੁਲਿਸ ਫੋਰਸਿਸ ਨਾਲ, ਸੈਂਟਰਲ ਏਜੰਸੀਜ਼ ਨਾਲ, ਤੇ ਸਾਰਿਆਂ ਦੇ ਤਾਲਮੇਲ ਨਾਲ, ਇਨਫੋਰਮੇਸ਼ਨ ਸ਼ੇਅਰਿੰਗ ਨਾਲ ਅਸੀਂ ਇਸ ਤੇ ਨੱਥ ਪਾਵਾਂਗੇ ਜੀ। ਇੰਟੈਲੀਜੈਂਸ ਹੈੱਡਕੁਆਟਰ ਤੇ ਹਮਲਾ ਹੁੰਦਾ, ਇੰਟੈਲੀਜੈਂਸ ਦਾ ਕੰਮ ਹੁੰਦਾ ਕਿ ਸਰਕਾਰ ਨੂੰ ਜਾਂ ਲੋਕਾਂ ਬਾਰੇ ਦੱਸਣਾ ਕਿਸ ਚੀਜ਼ ਦਾ ਖਤਰਾ, ਕਿਸ ਨੂੰ ਖਤਰਾ, ਪਰ ਉਸ ਤੇ ਅਟੈਕ ਹੋ ਜਾਂਦਾ, ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਇਹ ਇੰਟੈਲੀਜੈਂਸ ਫੇਲਰ ਨਹੀਂ ਮੰਨੋਗੇ ਤੁਸੀਂ? ਦੇਖੋ ਜੀ, ਮੈਂ ਇਹਨੂੰ ਇਸ ਤਰੀਕੇ ਨਾਲ ਵੇਖਦਾ ਕਿ ਇਹ ਜਦ ਕੋਈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੌਨਫੀਡੈਂਸ਼ੀਅਲ ਨੇਚਰ ਦੀ ਮੈਂ ਓਪਨਲੀ ਨਹੀਂ ਕਰ ਸਕਦਾ, ਪਰ ਸਾਡਾ ਰਿਐਕਸ਼ਨ ਬਿਲਕੁਲ ਚੁਸਤ ਸੀਗਾ ਜੀ। ਅਸੀਂ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਇਨਵੋਲਵ, ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਗ੍ਰਿਫਤਾਰੀਆਂ ਕੀਤੀ, ਤੇ ਉਹ ਇਨਵੈਸਟੀਗੇਸ਼ਨ ਬਿਲਕੁਲ ਸਹੀ ਟਰੈਕ ਤੇ ਹੈ ਜੀ। ਤੇ ਅਸੀਂ ਛੇਤੀ ਤੋਂ ਉਹ ਕੇਸ ਸਾਡਾ ਸੋਲਵ ਹੋ ਗਿਆ ਹੈ
ਤੇ ਪਰਪੇਟ੍ਰੇਟਰਸ ਆਈਡੈਂਟੀਫਾਈਡ ਹੋ ਗਏ ਹੈ, ਅਰੈਸਟ ਵੀ ਹੋਈਆਂ। ਸੋ ਵੀ ਆਰ ਵਰਕਿੰਗ ਆਊਟ ਦੈਟ ਕੇਸ। ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਕੰਮ ਕਰ ਰਹੀ ਹੈ, ਬਾਕੀ ਸਟੇਟਸ ਦੀਆਂ ਪੁਲਿਸ ਵੀ ਕੰਮ ਕਰ ਰਹੀਆਂ, ਪਰ ਲੋਕਾਂ ਦੀਆਂ ਨਜ਼ਰਾਂ ਜ਼ਿਆਦਾ ਪੰਜਾਬ ਪੁਲਿਸ ਤੇ ਹੈ। ਉਹਨਾਂ ਦੇ ਫਾਦਰ ਨੇ ਵੀ ਕੱਲ੍ਹ ਪਰਸੋਂ ਇੱਕ ਬਿਆਨ ਦਿੱਤਾ ਸੀਗਾ ਕਿ ਉਹਨਾਂ ਨੂੰ ਕਾਫੀ ਪਹਿਲਾਂ ਤੋਂ ਥ੍ਰੈਟ ਕਾਲਸ ਆ ਰਹੀਆਂ ਸੀ, ਉਹਨਾਂ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਤੇ ਇੱਕ ਪੈਰਲਰ ਸਰਕਾਰ ਚਲਾ ਰਹੇ ਨੇ ਗੈਂਗਸਟਰ ਪੰਜਾਬ ਦੇ ਵਿੱਚ। ਦੇਖੋ ਜੀ, ਆਹੀ ਸੀਐਮ ਸਾਹਿਬ ਨੇ ਪੰਜਾਬ ਪੁਲਿਸ ਨੂੰ ਟਾਸਕ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਸ ਨੂੰ ਬਿਲਕੁਲ ਖਤਮ ਕੀਤਾ ਜਾਵੇ, ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਹੋਵੇ, ਆਮ ਲੋਕ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਣ। ਤਾਂ ਇਸ ਲਈ ਅਸੀਂ ਪੂਰੇ ਉਪਰਾਲੇ ਕਰਾਂਗੇ ਤੇ ਮੈਂ ਅਸ਼ੋਰ ਕਰਦਾ ਤੁਹਾਡੇ ਵਿਊਅਰਸ ਨੂੰ, ਸਾਰੇ ਪੰਜਾਬੀਆਂ ਨੂੰ, ਕਿ ਤੁਸੀਂ ਵੇਖੋਗੇ ਕਿ ਪੰਜਾਬ ਪੁਲਿਸ ਕਿਵੇਂ ਇਸ ਤੇ ਨੱਥ ਪਾਉਂਦੀ ਹੈ ਜੀ। ਪੰਜਾਬ ਦੇ ਵਿੱਚ ਯਾਦਵ ਸਾਹਿਬ ਪਿਛਲੇ ਸਮੇਂ ਦੌਰਾਨ ਨਸ਼ਿਆਂ ਦਾ ਜਿਹੜਾ ਕਹਿੰਦੇ ਆ ਕਿ ਇੱਕ ਦਰਿਆ ਹੀ ਵਗ ਗਿਆ, ਬੱਚਿਆਂ ਵੱਲੋਂ ਓਵਰਡੋਜ਼ ਲੈ ਕੇ ਉਹਨਾਂ ਦੀ ਡੈਥ ਹੋ ਜਾਣੀ ਆਮ ਖਬਰਾਂ ਹੋ ਗਈਆਂ ਹੈ। ਕਿਸ ਤਰ੍ਹਾਂ ਯੂਥ ਨੂੰ ਇਹਦੇ ਵਿੱਚੋਂ ਕੱਢੇਗੀ, ਕਿਉਂਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਰੋਲ ਹੁੰਦਾ, ਨਸ਼ੇ ਨਹੀਂ ਆਉਣਗੇ ਪੰਜਾਬ ਦੇ ਵਿੱਚ ਤਾਂ ਯੂਥ ਸੇਫ ਰਹੇਗਾ। ਪੇਰੈਂਟਸ ਦਾ ਇਹ ਮੰਨਣਾ ਕਿ ਹੁਣ ਬੱਚਿਆਂ ਨੂੰ ਬਾਹਰ ਭੇਜ ਦਿਓ ਕਿ ਇੱਥੇ ਨਸ਼ਿਆਂ 'ਚ ਨਾ ਫਸ ਜਾਣ, ਕਿਸੇ ਹੋਰ ਐਵੇਂ ਦੀ ਸੰਗਤ 'ਚ ਨਾ ਪੈ ਜਾਣ। ਕਿਸ ਤਰ੍ਹਾਂ ਪੰਜਾਬ ਪੁਲਿਸ ਟੈਕਲ? ਦੇਖੋ ਜੀ, ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਹੈ ਡਰੱਗਸ ਨੂੰ ਟੈਕਲ ਕਰਨ ਲਈ, ਜਿਹਨੂੰ ਆਪਾਂ ਕਹਿੰਦੇ ਆ ਕਿ ਡਿਮਾਂਡ ਤੇ ਸਪਲਾਈ ਦੋਵਾਂ ਤੇ ਵਰਕ ਕਰਨਾ ਹੈ। ਜਿਹੜੇ ਕੰਜ਼ਿਊਮਰਸ ਹੈ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ, ਤੇ ਇਹਦੇ 'ਚ ਹੈਲਥ ਡਿਪਾਰਟਮੈਂਟ, ਪੁਲਿਸ, STF ਦਾ ਬਹੁਤ ਵੱਡਾ ਰੋਲ ਹੈ ਕੋਆਰਡੀਨੇਸ਼ਨ ਦੇ ਵਿੱਚ, ਤੇ ਉਹ ਸਰਕਾਰ ਦੇ ਸਾਰੇ ਮਹਿਕਮੇ ਮਿਲ ਕੇ, ਕਿਉਂਕਿ ਇਹ ਸੀਐਮ ਸਾਹਿਬ ਦੀ ਟੌਪ ਪ੍ਰਾਇਰਟੀ ਹੈ ਜੀ ਡਰੱਗਸ ਤੇ ਕੰਟਰੋਲ ਕਰਨਾ। ਸੋ ਇਹ ਸਾਰੇ ਮਹਿਕਮੇ ਜਿਹੜੇ ਹੈਗੇ, ਜਿਵੇਂ ਓਟ ਕਲੀਨਿਕਸ ਦੇ ਨੰਬਰਸ ਵਧਾਏ ਜਾ ਰਹੇ ਹੈਗੇ ਸੋ ਦੈਟ ਜਿਹੜੇ ਪੇਸ਼ੈਂਟਸ ਹੈਗੇ ਆਊਟ ਪੇਸ਼ੈਂਟਸ ਨੂੰ ਪ੍ਰੋਪਰਲੀ ਟ੍ਰੀਟ ਕੀਤਾ ਜਾ ਸਕੇ। ਸੋ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹੈਗੇ। ਸਾਡਾ ਫੋਕਸ ਐਜ਼ ਪੰਜਾਬ ਪੁਲਿਸ, ਸਾਡਾ ਫੋਕਸ ਐਨਫੋਰਸਮੈਂਟ ਤੇ ਜ਼ਿਆਦਾ ਹੈ ਕਿ ਡਰੱਗ ਦੀ ਸਪਲਾਈ ਨੂੰ ਰੋਕਿਆ ਜਾਵੇ ਤੇ ਜਿਹੜੀ ਫਾਰਵਰਡ ਲਿੰਕੇਜ ਹੈ ਉਹਨੂੰ ਸਮੈਸ਼ ਕੀਤਾ ਜਾਵੇ ਜੀ। ਤੇ ਅਸੀਂ ਐਨਫੋਰਸਮੈਂਟ ਤੇ ਸਾਡੇ ਸਾਰੇ SSP, ਸਾਰੇ ਕਮਿਸ਼ਨਰ ਇਹ ਜੀ ਜਾਨ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਡਰੱਗ ਫ੍ਰੀ ਪੰਜਾਬ ਦਾਂਗੇ ਜੀ। ਇਸ ਪੰਜਾਬ ਨੂੰ ਅਸੀਂ ਟੋਟਲੀ ਡਰੱਗਸ ਤੋਂ ਫ੍ਰੀ ਕਰਾਂਗੇ ਜੀ। ਆਜ਼ਾਦ ਸਾਹਿਬ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਦਾ ਵੱਡਾ ਫੋਕਸ ਕਰਪਸ਼ਨ ਦੇ ਉੱਤੇ ਰਿਹਾ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ, ਉਹਨਾਂ ਦਾ ਖੁਦ ਦਾ ਮੰਤਰੀ ਡਾਕਟਰ ਵਿਜੇ ਸਿੰਗਲਾ, ਉਹਨਾਂ ਨੂੰ ਵੀ ਕਰਪਸ਼ਨ ਦੇ ਚਾਰਜ 'ਚ ਉਹਨਾਂ ਨੇ ਬਰਖਾਸਤ ਕੀਤਾ। ਤੇ ਪਿਛਲੇ ਸਮੇਂ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ, ਸੀਨੀਅਰ ਆਫੀਸਰ ਪੁਲਿਸ ਦੇ ਵੀ ਮੰਨਦੇ ਰਹੇ ਆ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਕੁਝ, ਚਾਹੇ ਉਹ ਡਰੱਗਸ ਦੇ ਨਾਲ ਇਨਵੋਲਵਮੈਂਟ ਰਹੀ ਆ, ਚਾਹੇ ਮਨੀ ਮੈਟਰ ਰਿਹਾ, ਕਰਪਸ਼ਨ ਰਿਹਾ। ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਕਰੋਗੇ, ਕਿਸ ਤਰ੍ਹਾਂ ਦੇਖੋ ਕਰਪਸ਼ਨ ਨੂੰ ਕਿੱਦਾਂ ਖਤਮ ਕਰੋਗੇ ਪੁਲਿਸ ਡਿਪਾਰਟਮੈਂਟ ਦੇ ਵਿੱਚ? ਇਹ ਮੈਂ ਤੁਹਾਡੇ ਥਰੂ ਇੱਕ ਬੜਾ ਕਲੀਅਰ ਤੇ ਸਖਤ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਕਰਪਸ਼ਨ ਇਨ ਐਨੀ ਫਾਰਮ ਵਿਲ ਨਾਟ ਬੀ ਟੋਲਰੇਟਡ। ਅਸੀਂ ਸਖਤ ਤੋਂ ਸਖਤ ਐਕਸ਼ਨ ਲਾਂਗੇ ਜੇ ਕੋਈ ਸਾਡਾ ਪੁਲਿਸ ਅਫਸਰ ਕਰਪਸ਼ਨ ਵਿੱਚ ਇਨਵੋਲਵ ਪਾਇਆ ਗਿਆ ਜੀ। ਕ੍ਰਿਮੀਨਲ ਐਕਸ਼ਨ ਲਿਆ ਜਾਊਗਾ। ਜੇ ਕਿਸੇ ਨੂੰ ਰੈੱਡ ਹੈਂਡਡ ਫੜਿਆ ਜਾਂਦਾ ਹੈ, ਕਰਪਸ਼ਨ ਹੈਲਪਲਾਈਨ ਹੈਗੀ, ਉਸ ਤੇ ਜੇ ਕੰਪਲੇਂਟ ਆਉਂਦੀ ਹੈ ਫੌਰੀ ਤੌਰ ਤੇ ਐਕਸ਼ਨ ਹੋਊਗਾ ਜੀ। ਸੋ ਅਸੀਂ ਬਿਲਕੁਲ ਇਸ ਦੇ ਵਿੱਚ 1% ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਕਰਪਟ ਵਿਲ ਨਾਟ ਬੀ ਸਪੇਅਰਡ। ਪੰਜਾਬ ਪੁਲਿਸ ਤੋਂ ਲੋਕ ਇੱਕ ਖੌਫ ਹੈ ਪੰਜਾਬ ਪੁਲਿਸ ਦਾ, ਲੋਕਾਂ ਦੇ ਮਨਾਂ 'ਚ ਡਰ ਰਹਿੰਦਾ ਕਿ ਜੇ ਮੈਂ ਕੰਪਲੇਂਟ ਕਰਨ ਵੀ ਥਾਣੇ ਗਿਆ ਸ਼ਾਇਦ ਮੇਰੇ ਤੋਂ ਹੀ ਕੁਛ ਐਵੇਂ ਦਾ ਪੁੱਛਗਿੱਛ ਨਾ ਹੋ ਜੇ, ਕੋਈ ਮੇਰੇ ਖਿਲਾਫ ਕਾਰਵਾਈ ਨਾ ਹੋ ਜੇ। ਇੱਕ ਮਾਹੌਲ ਐਵੇਂ ਦਾ ਸਿਰਜਣਾ ਚਾਹੀਦਾ ਹੈ ਕਿ ਲੋਕ ਬੇਖੌਫ ਬੇਡਰ ਪੰਜਾਬ ਪੁਲਿਸ ਨੂੰ ਆਪਣਾ ਦੋਸਤ ਸਮਝ ਕੇ ਆਪਣਾ ਦੁੱਖ ਦੱਸਣ, ਆਪਣੀ ਤਕਲੀਫ ਦੱਸਣ। ਕਿਸ ਤਰ੍ਹਾਂ ਮੈਸੇਜ ਦਿਓਗੇ ਨੀਚੇ ਤੱਕ ਕਿ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ? ਮੈਂ ਸਮਝਦਾ ਕਿ ਆਈਡੀਅਲ ਪੁਲਿਸਿੰਗ ਹੁੰਦੀ ਹੈ ਕਿ ਜਿਹੜਾ ਮਾੜਾ ਅਨਸਰ ਹੈ, ਬਦਮਾਸ਼ ਹੈ, ਉਸ ਨੂੰ ਪੁਲਿਸ ਤੋਂ ਡਰਨਾ ਚਾਹੀਦਾ। ਜਿਹੜਾ ਸ਼ਰੀਫ ਸਿਟੀਜ਼ਨ ਹੈ, ਲਾਅ ਅਬਾਈਡਿੰਗ ਹੈ, ਉਹ ਪੁਲਿਸ ਨੂੰ ਆਪਣਾ ਫਰੈਂਡ ਸਮਝੇ। ਸੋ ਇਸ ਜਿਵੇਂ ਅਸੀਂ ਕਮਿਊਨਿਟੀ ਪੁਲਿਸਿੰਗ ਸਕੀਮਸ ਸ਼ੁਰੂ ਕੀਤੀਆਂ ਹੈ, ਜਿਹੜੇ ਸਾਡੇ ਸਾਂਝ ਕੇਂਦਰ ਹੈਗੇ ਉਹ ਕਾਫੀ ਪੁਲਿਸ ਸਰਵਿਸਿਜ਼ ਲੋਕਾਂ ਨੂੰ ਦੇ ਰਹੇ ਹੈਗੇ। ਲੋਕਾਂ ਨਾਲ ਜਿਹੜਾ ਫਰਕ ਹੈਗਾ, ਜਿਵੇਂ ਯੂਥ ਕਲੱਬਸ ਬਣਾ ਕੇ, ਰੂਰਲ ਸਪੋਰਟਸ ਦੇ ਵਿੱਚ ਪੁਲਿਸ ਨੂੰ ਇਨਵੋਲਵ ਕਰਕੇ, ਪਬਲਿਕ ਮੀਟਿੰਗਸ ਕਰਕੇ, ਗ੍ਰੀਵੈਂਸ ਰਿਡਰਸਲ ਕੈਂਪਸ ਲਗਾ ਕੇ, ਇਸ ਤਰ੍ਹਾਂ ਦੇ ਬਹੁਤ ਸਾਰੇ ਪੀਪਲ ਫਰੈਂਡਲੀ ਇਨੀਸ਼ੀਏਟਿਵਸ ਨੂੰ ਅਸੀਂ ਅੰਜਾਮ ਦਾਂਗੇ ਸੋ ਦੈਟ ਜਿਹੜਾ ਇੱਕ ਫਰਕ ਹੈਗਾ ਪੁਲਿਸ ਤੇ ਪਬਲਿਕ ਦਾ ਉਹ ਬਿਲਕੁਲ ਨਾ ਰਵੇ ਤੇ ਪਬਲਿਕ ਪੁਲਿਸ ਨੂੰ ਆਪਣਾ ਫਰੈਂਡ ਸਮਝੇ। ਪੰਜਾਬ ਦੇ ਵਿੱਚ ਗੈਰ ਸਮਾਜਿਕ ਅੰਸਰ ਜ਼ਿਆਦਾ ਸਰਗਰਮ ਹੋ ਗਏ ਨੇ। ਬੀਇੰਗ ਅ DGP ਤੁਸੀਂ ਹੁਣੇ ਕਮਾਨ ਸੰਭਾਲੀ ਹੈ ਪੰਜਾਬ ਪੁਲਿਸ ਦੀ, ਇੱਕ ਕੀ ਸਖਤ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਤੱਕ ਇੱਕ ਡਰ ਵਾਲਾ ਇੱਕ ਮਾਹੌਲ ਬਣੇ, ਉਹਨਾਂ ਤੱਕ, ਆਮ ਲੋਕਾਂ ਤੱਕ ਨਹੀਂ, ਉਹਨਾਂ ਲੋਕਾਂ ਤੱਕ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ? ਗੈਰ ਸਮਾਜਿਕ ਤੱਤਾਂ ਨੂੰ ਤਾਂ ਮੈਂ ਆਹੀ ਕਹਿਣਾ ਕਿ ਤੁਸੀਂ ਪੰਜਾਬ ਛੱਡ ਦਿਓ ਜੀ ਹੁਣ, ਤੇ ਪੰਜਾਬ ਕਿਸੇ ਦੂਜੀ ਸਟੇਟ ਚਲ ਜਾਓ ਜੀ, ਇੱਥੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਆਜ਼ਾਦ ਸਾਹਿਬ, ਪਿਛਲੇ ਸਮੇਂ ਦੌਰਾਨ ਇਹ ਸਾਹਮਣੇ ਆਇਆ ਕਿ ਜਿਹੜੇ ਗੈਂਗਸਟਰ ਹੈ ਉਹ ਇੰਨੇ ਬੇਖੌਫ ਹੋ ਗਏ ਆ ਕਿ ਕਿਸੇ ਨੂੰ ਵੀ ਕਾਲ ਕਰਕੇ ਫਰੌਤੀ ਮੰਗਦੇ ਆ, ਡਾਕਟਰ ਹੋਵੇ, ਪੋਲੀਟੀਸ਼ੀਅਨ ਹੋਵੇ, ਕੋਈ ਆਮ ਬੰਦਾ ਹੋਵੇ,
ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸੇ ਨੂੰ ਵੀ ਫੋਨ ਚਲਾ ਜਾਣਾ, ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਆ ਕਿ ਕਿਸੇ ਤੋਂ ਫਰੌਤੀ ਮੰਗ ਰਹੇ ਆ ਤੇ ਕਈਆਂ ਨੇ ਦੇ ਵੀ ਦਿੱਤੇ ਪੈਸੇ ਡਰ ਦੇ ਵਿੱਚ ਆ ਕੇ, ਪੁਲਿਸ ਨੂੰ ਕੰਟੈਕਟ ਤੱਕ ਨਹੀਂ ਕਰਦੇ। ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ 99% ਐਕਸਟੋਰਸ਼ਨ ਕਾਲਸ ਫੇਕ ਹੈਗੀਆਂ ਜੀ। ਜਿੱਥੇ ਜਿੱਥੇ ਸਾਨੂੰ ਲੋਕਾਂ ਨੇ ਰਿਪੋਰਟ ਕੀਤਾ ਹੈ, ਅਸੀਂ ਇਨ ਕਾਲਾਂ ਨੂੰ ਟਰੈਕ ਕੀਤਾ ਹੈ ਤੇ ਸਿਰੇ ਤੱਕ ਪਹੁੰਚੇ ਤੇ ਉਹ ਲੋਕਲ, ਤੁਹਾਡਾ ਕੋਈ ਲੋਕਲ ਬੰਦਾ ਹੁੰਦਾ ਹੈ ਜੀ। ਸੋ ਮੇਰੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ, ਤੁਸੀਂ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰੋ ਜੀ। ਅਸੀਂ ਉਹਨੂੰ ਟਰੈਕ ਕਰਾਂਗੇ। ਅੱਜ ਕੱਲ੍ਹ ਲੋਕੀ ਫੇਕ ਜਿਹੜੇ VOIP ਕਾਲਾਂ ਕਰਕੇ ਤੁਹਾਡੇ ਕੋਲ ਬੈਠੇ ਹੁੰਦੇ ਆ, ਲੱਗਦਾ ਪਾਕਿਸਤਾਨ ਤੋਂ ਕਾਲ ਆ ਗਈ ਜਾਂ ਗੋਲਡੀ ਇਹ ਤੇ ਪਤਾ ਨਹੀਂ ਕਿੰਨੇ ਗੋਲਡੀ ਬਰਾੜ ਬਣ ਕੇ ਕਰੀ ਜਾਂਦੇ ਵਾ। ਤੁਸੀਂ ਡਰਨ ਦੀ ਲੋੜ ਨਹੀਂ ਹੈ, ਪੁਲਿਸ ਤੁਹਾਡੇ ਨਾਲ ਹੈ। ਅਸੀਂ ਹਰ ਕਾਲ ਨੂੰ ਟਰੈਕ ਕਰਾਂਗੇ, ਟਰੇਸ ਕਰਾਂਗੇ, ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਜੀ। ਤੇ ਅਸੀਂ ਵੈਰੀਫਿਕੇਸ਼ਨ ਕੀਤੀ ਹੈ, ਗੈਂਗਸਟਰਸ ਨਾਲ ਗੱਲਬਾਤ ਕੀਤੀ ਹੈ, ਇੰਟਰੋਗੇਟ ਕੀਤਾ ਹੈ। ਉਹ ਕਹਿੰਦੇ ਵੀ 1% ਵੀ ਕਾਲਾਂ ਗੈਂਗਸਟਰਸ ਵੱਲੋਂ ਨਹੀਂ ਹੈ ਜੀ। ਇਹ ਸਿਰਫ ਲੋਕਲ ਲੈਵਲ ਤੇ ਐਕਸਪਲੋਇਟ ਕੀਤਾ ਜਾ ਰਿਹਾ ਜੀ। ਬਿਲਕੁਲ ਇਸ ਤਰ੍ਹਾਂ ਦੀ ਕਾਲਾਂ ਨੂੰ ਪੁਲਿਸ ਨੂੰ ਰਿਪੋਰਟ ਕਰੋ ਜੀ। ਵੀ ਵਿਲ ਟੇਕ ਸਟ੍ਰਿਕਟ ਐਕਸ਼ਨ। ਠੀਕ ਹੈ ਜੱਜ ਸਾਹਿਬ, ਜੀ ਟੀਵੀ ਤੇ ਤੁਸੀਂ ਕਾਫੀ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ, ਕਰਪਸ਼ਨ ਤੇ, ਗੈਂਗਸਟਰ ਹੈ, ਡਰੱਗਸ ਤੇ। ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਸਾਡੇ ਨਾਲ ਸੀ DGP ਸ਼੍ਰੀ ਗੌਰਵ ਯਾਦਵ ਜੀ, ਜਿਨ੍ਹਾਂ ਕਿ ਲੋਕਾਂ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਕਿ ਪੰਜਾਬ ਹੁਣ ਸੁਰੱਖਿਅਤ ਹੱਥਾਂ ਵਿੱਚ ਹੈ ਤੇ ਗੈਂਗਸਟਰ ਅਤੇ ਨਸ਼ਿਆਂ ਦਾ ਕੰਮ ਕਰਨ ਵਾਲੇ, ਉਹਨਾਂ ਨੂੰ ਵੀ ਇੱਕ ਸਖਤ ਮੈਸੇਜ ਦਿੱਤਾ ਕਿ ਪੰਜਾਬ ਛੱਡ ਜਾਓ। ਇਸ ਨੂੰ ਕਿਸ ਤਰ੍ਹਾਂ ਉਹ ਸਾਬਿਤ ਕਰਨਗੇ ਤੇ ਕਿਸ ਤਰ੍ਹਾਂ ਇਸ ਰਣਨੀਤੀ ਨੂੰ ਤਿਆਰ ਕਰਕੇ ਇਹਨੂੰ ਲਾਗੂ ਕਰਨਗੇ, ਆਉਣ ਵਾਲਾ ਸਮੇਂ ਦੱਸੇਗਾ। ਫਿਲਹਾਲ ਅਸੀਂ ਲੈਂਦੇ ਹਾਂ ਇਜਾਜ਼ਤ। ਮੈਂ ਵਿਕਰਮਜੀਤ ਮਾਨ, ਸੁਰਿੰਦਰ ਸਿੰਘ ਦੇ ਨਾਲ, ਅਜੀਤ TV ਚੰਡੀਗੜ੍ਹ।